ਭਗਤ ਕਬੀਰ ਜੀ 237ਵੇਂ ਸ਼ਲੋਕ ਵਿੱਚ ਸਾਨੂੰ ਇੱਕ ਬੜੀ ਵਿਸ਼ੇਸ਼ ਨੁਕਤੇ ਦੀ ਗੱਲ ਸਮਝਾ ਰਹੇ ਨੇ। ਦੁਨੀਆ ਅੰਦਰ ਓਪਰੀ ਦ੍ਰਿਸ਼ਟੀ ਨਾਲ ਦੇਖਿਆ ਗੁਰੂਆਂ ਦੀ ਕੋਈ ਕਮੀ ਨਹੀਂ। ਇਹ ਗੱਲ ਵੱਖਰੀ ਕਿ ਗੁਰੂ ਵਾਲੇ ਗੁਣ ਪੱਲੇ ਭਾਵੇਂ ਇਹਨਾਂ ਵਿੱਚੋਂ ਕਿਸੇ ਦੇ ਵੀ ਨਾ ਹੋਣ। ਆਖਰ ਇਤਿਹਾਸ ਗਵਾਹੀ ਦਿੰਦਾ ਹੈ ਤੇ ਹਰ ਇਤਿਹਾਸ ਦਾ ਵਿਦਿਆਰਥੀ ਇਸ ਗੱਲ ਤੋਂ ਜਾਣੂ ਹੈ ਕਿ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਤੋਂ ਬਾਬਾ ਬਕਾਲੇ ਦਾ ਬਚਨ ਕੀਤਾ। ਉਸ ਵੇਲੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਸੋਢੀਆਂ ਵਿੱਚੋਂ ਬਕਾਲੇ ਸਨ, ਜੋ ਰਿਸ਼ਤੇ ਵਿੱਚ ਬਾਬੇ ਵੀ ਲੱਗਦੇ ਸਨ। ਲੇਕਿਨ ਜਿਸ ਵੇਲੇ ਇਹ ਖਬਰ ਜਨਤਾ ਤੱਕ ਪੁੱਜੀ, ਹਰ ਇੱਕ ਨੇ ਕੋਸ਼ਿਸ਼ ਕੀਤੀ ਕਿਉਂ ਨਾ ਗੁਰੂ ਬਣ ਕੇ ਬੈਠਿਆ ਜਾਏ। ਛੋਟੀ ਜਿਹੀ ਬਾਬਾ ਬਕਾਲੇ ਦੀ ਨਗਰੀ ਵਿੱਚ 22 ਗੁਰੂ ਬਣ ਕੇ ਬੈਠ ਗਏ। ਸਿਤਮ ਦੀ ਗੱਲ ਇਹ ਸੀ ਕਿ ਜਿਸ ਵੇਲੇ ਪ੍ਰੀਖਿਆ ਵਿੱਚੋਂ ਭਾਈ ਮੱਖਣ ਸ਼ਾਹ ਜੀ ਨੇ ਗੁਜ਼ਾਰਿਆ ਤੇ 22 ਦੇ 22 ਹੀ ਨਕਲੀ ਸਾਬਤ ਹੋਏ, ਸਾਰੇ ਹੀ ਝੂਠੇ। ਤੋ ਦੁਨੀਆ ਵਿੱਚ ਦਿਖਾਈ ਦੇਣ ਵਾਲੇ ਗੁਰੂਆਂ ਦੀ ਤਾਂ ਕੋਈ ਕਮੀ ਨਹੀਂ। ਹਰ ਕੋਈ ਚਾਹੁੰਦਾ ਹੈ ਮੇਰੇ ਪਿੱਛੇ ਲੋਕ ਚੱਲਣ ਤੇ ਮੈਂ ਆਗੂ ਹੋਵਾਂ, ਭਾਵੇਂ ਖੁਦ ਰਸਤੇ ਦਾ ਕੋਈ ਪਤਾ ਨਹੀਂ। ਹਿੰਦੁਸਤਾਨ ਵਿੱਚ ਤਾਂ ਇਹ ਪਰੰਪਰਾ ਹੀ ਰਹੀ, ਬ੍ਰਾਹਮਣ ਦੇ ਘਰ ਕੋਈ ਪੈਦਾ ਹੋ ਗਿਆ, ਉਹ ਵਿਦਵਾਨ ਨਾ ਵੀ ਬਣੇ ਬ੍ਰਾਹਮਣ ਦੇਵਤਾ ਹੈ, ਐਸਾ ਆਖਿਆ ਜਾਂਦਾ ਰਿਹਾ। ਬ੍ਰਾਹਮਣ ਨੂੰ ਹੀ ਅਧਿਕਾਰ ਸੀ ਮੰਤਰ ਦੇਣ ਦਾ, ਵਿੱਦਿਆ ਪੜ੍ਹਨ ਦਾ, ਪੜ੍ਹਾਉਣ ਦਾ, ਤੇ ਇਹਨਾਂ ਗੱਲਾਂ ਦੇ ਬਲਬੂਤੇ ਤੇ ਸ਼ਸਤਰ ਵਿਦਿਆ ਛਤਰੀਆਂ ਤੱਕ ਰਹਿ ਗਈ, ਸ਼ਾਸਤਰ ਵਿਦਿਆ ਬ੍ਰਾਹਮਣ ਤੱਕ ਹੋ ਗਈ ਸੀਮਤ। ਵੇਦਾਂ ਸ਼ਾਸਤਰਾਂ ਦਾ ਅਧਿਐਨ ਕਰਕੇ ਲੋਕਾਂ ਨੂੰ ਕੰਨਾਂ ਵਿੱਚ ਮੰਤਰ ਫੂਕ ਕੇ ਹਰ ਬ੍ਰਾਹਮਣ ਗੁਰੂ ਬਣ ਕੇ ਬੈਠਣ ਦਾ ਯਤਨ ਕਰਦਾ ਰਿਹਾ। ਕਬੀਰ ਜੀ ਨੇ ਬਹੁਤ ਕਮਾਲ ਦਾ ਨੁਕਤਾ ਦਿੱਤਾ ਹੈ। ਉਹ ਕਹਿੰਦੇ ਨੇ ਜਿੱਥੋਂ ਤੱਕ ਜਗਤ ਦਾ ਸਵਾਲ ਹੈ, ਜਗਤ ਦੇ ਲੋਕ ਕੇਵਲ ਰਹੁ ਰੀਤੀ ਦੇ ਗੁਲਾਮ ਨੇ, ਰਸਮੋ ਰਿਵਾਜ਼ ਨੂੰ ਹੀ ਪਹਿਲ ਦਿੰਦੇ ਨੇ। ਉਹ ਪੂਰੀ ਕਰਨੀ ਹੈ, ਆਦਮੀ ਧਾਰਮਿਕ ਬਣ ਗਿਆ ਹੈ, ਗੱਲ ਮੁੱਕ ਗਈ। ਕਰਮ ਜੈਸੇ ਮਰਜ਼ੀ ਕਮਾਏ, ਪਰ ਕਿਉਂਕਿ ਧਰਮ ਦੀ ਮਿਥੀ ਹੋਈ ਪਰੰਪਰਾ ਪੂਰੀ ਕਰ ਲਈ ਹੈ, ਇਸ ਲਈ ਇਹ ਵਿਅਕਤੀ ਫਲਾਣੇ ਧਰਮ ਦਾ ਹੈ। ਮਲਕ ਭਾਗੋ ਵੀ ਪਾਪ ਦੀ ਕਮਾਈ ਇਕੱਠੀ ਕਰ ਕਰਕੇ ਲੰਗਰ ਚਲਵਾ ਦਿੰਦਾ ਹੈ। ਸਾਧਾਰਨ ਲੋਕ ਉਸ ਨੂੰ ਵੀ ਧਰਮੀ ਆਖ ਦਿੰਦੇ ਨੇ। ਕੇਵਲ ਸਾਧਾਰਨ ਲੋਕ ਹੀ ਨਹੀਂ, ਜੋ ਗੁਰੂ ਸਦਵਾਉਣ ਵਾਲੇ ਬ੍ਰਾਹਮਣ ਸਨ, ਉਹ ਬ੍ਰਹਮ ਭੋਜ ਛਕਦੇ ਹਨ ਤੇ ਮਲਕ ਭਾਗੋ ਦੀ ਤਾਰੀਫ ਦੇ ਪੁਲ ਬੰਨ੍ਹਦੇ ਹਨ। ਤਥਾ ਕਥਿਤ ਅਖੌਤੀ ਸਾਧਾਂ ਦੇ ਲਾਣਿਆਂ ਦੇ ਲਾਣੇ ਜਾ ਕੇ ਛਕ ਆਉਂਦੇ ਨੇ। ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਹਿਨੀ ਦ੍ਰਿਸ਼ਟੀ ਵਿੱਚ ਜਿਸ ਵੇਲੇ ਦੇਖਿਆ ਜਾਂਦਾ ਹੈ ਤਾਂ ਹਜ਼ੂਰ ਕਹਿੰਦੇ ਨੇ, ਇਹ ਤੇਰੀਆਂ ਦੁੱਧ ਵਿੱਚ ਬਣੀਆਂ ਖੀਰਾਂ ਨਹੀਂ, ਇਹ ਮਾਲ ਪੂੜੇ ਨਹੀਂ, ਇਹ ਗਰੀਬਾਂ ਦਾ ਖੂਨ ਹੈ। ਜਿਹੜੇ ਛਕ ਗਏ ਉਹ ਵੀ ਆਪਣੇ ਆਪ ਨੂੰ ਗੁਰੂ ਸਦਵਾਉਂਦੇ, ਆਸ਼ੀਰਵਾਦ ਦਿੰਦੇ, ਲੇਕਿਨ ਗੁਰੂ ਵਾਲਾ ਗੁਣ ਕੋਈ ਨਹੀਂ। ਕਬੀਰ ਜੀ ਨੇ ਆਖਿਆ, ਜਗਤ ਲਈ ਠੀਕ ਭੇਡ ਚਾਲ ਵਾਲੇ ਬਹੁਤਾ ਅੰਤਰ ਨਹੀਂ ਕਰਦੇ।
ਨਾ ਪਾਰਖੂ ਦ੍ਰਿਸ਼ਟੀ ਹੈ, ਨਾ ਸਮਝ ਹੈ। ਤੇ ਸੱਚੀ ਗੱਲ ਇਹ ਹੈ ਕਿ ਰੂਹਾਨੀਅਤ ਦਾ ਆਨੰਦ ਮਾਣਨਾ ਉਹਨਾਂ ਨੇ ਮਾਰਗ ਵੀ ਆਪਣਾ ਜਾਂ ਮੰਜ਼ਿਲ ਵੀ ਨਹੀਂ ਮਿਥੀ। ਉਹ ਵੀ ਸੰਸਾਰ ਦੀ ਰਹੁ ਰੀਤੀ ਨੂੰ ਧਰਮ ਮੰਨ ਬੈਠੇ ਹਨ, ਤੇ ਵੈਸੇ ਹੀ ਉਹਨਾਂ ਨੂੰ ਮੰਤਰ ਫੂਕਣ ਵਾਲੇ ਕੰਨਾਂ ਵਿੱਚ ਉਹ ਮਿਲ ਗਏ ਨੇ। ਪਾਖੰਡੀ ਜਗਤ ਲਈ ਬਾਹਮਣ ਗੁਰੂ ਹੋ ਸਕਦਾ ਹੈ, ਕਿਉਂਕਿ ਜਗਤ ਕਰਮ ਕਾਂਡ ਦੀ ਰੀਤੀ ਵਿੱਚ ਪਿਆ ਹੋਇਆ ਤੇ ਇੱਥੋਂ ਤੱਕ ਹੀ ਸੀਮਿਤ ਹੈ। ਉਸ ਨੂੰ ਆਨੰਦ ਨਾਲ ਕੋਈ ਮਤਲਬ ਨਹੀਂ। ਲੇਕਿਨ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਧਰਮ ਦਾ ਮਕਸਦ ਜੋ ਹੈ ਉਹੀ ਭੁੱਲ ਜਾਏ ਤਾਂ ਧਰਮ ਕੈਸਾ। ਧਰਮ ਦਾ ਮਕਸਦ ਹੈ ਭਰਮ ਵਿੱਚੋਂ ਕੱਢਣਾ, ਇੱਕ ਵਿੱਚ ਲੀਨ ਕਰਨਾ, ਆਨੰਦ ਨਾਲ ਜ਼ਿੰਦਗੀ ਨੂੰ ਭਰ ਦੇਣਾ। ਲੇਕਿਨ ਰੋਹ ਰੀਤੀ ਵਿੱਚ ਹੀ ਰਸਮੋ ਰਿਵਾਜ ਪੂਰੇ ਕਰਕੇ ਮਨੁੱਖ ਚਾਹੁੰਦਾ ਹੈ ਮੈਂ ਧਰਮੀ ਬਣ ਜਾਵਾਂ। ਤੀਰਥ ਯਾਤਰਾ ਕਰ ਆਇਆ, ਮੈਂ ਧਰਮੀ ਹਾਂ। ਮੈਂ ਹੋਰ ਕਰਮਕਾਂਡ ਨਿਭਾ ਲਏ ਨੇ, ਮੈਂ ਧਰਮੀ ਹਾਂ। ਜੇ ਧਰਮੀ ਹੈ ਤਾਂ ਤੇਰੀ ਜ਼ਿੰਦਗੀ ਵਿੱਚੋਂ ਧਰਮ ਦੀ ਖੁਸ਼ਬੂ ਆਉਣੀ ਚਾਹੀਦੀ ਹੈ। ਫੁੱਲ ਦਿਖਾਈ ਦੇਵੇ ਪਰ ਖੁਸ਼ਬੂ ਬਿਲਕੁਲ ਨਾ ਹੋਵੇ। ਨਾ ਉਹ ਖਿੜੇ ਡੋਡੀ, ਨਾ ਕਦੀ ਮੁਰਝਾਏ, ਕੁਝ ਵੀ ਨਾ ਹੋਏ, ਹਰਕਤ ਹੈ ਹੀ ਨਹੀਂ, ਪਲਾਸਟਿਕ ਦਾ ਹੋਵੇਗਾ। ਮਨੁੱਖਾ ਜ਼ਿੰਦਗੀ ਨੂੰ ਸਫਲ ਬਣਾਉਣ ਵਾਸਤੇ ਧਰਮ ਸੀ, ਲੇਕਿਨ ਰਹਿ ਗਿਆ ਕਰਮ ਕਾਂਡ ਤੱਕ ਸੀਮਿਤ ਹੋ ਕੇ। ਆਮ ਜਗਤ ਭੇਡ ਚਾਲ ਦੇ ਪਿੱਛੇ ਚੱਲਦਾ ਹੈ ਤੇ ਕਬੀਰ ਜੀ ਨੇ ਆਖਿਆ, ਮੈਂ ਇਹ ਗੱਲ ਮੰਨ ਲੈਂਦਾ ਹਾਂ ਕਿ ਕਰਮ ਕਾਂਡਾਂ ਵਿੱਚ ਪਾਉਣ ਵਾਲਾ ਬ੍ਰਾਹਮਣ ਗੁਰੂ ਹੈ ਤੇ ਜਗਤ ਦਾ ਗੁਰੂ ਹੈ, ਭਗਤਾਂ ਦਾ ਨਹੀਂ। कबीर बामन गुरु है जगत का, भगतन का गुर ना है। भगती दे मार्ग ते रस्ते ते चलण वालियां ने तां कर्म कांड नूं अपनाउणा नहीं। उन्हां दी तां मंजिल होर है। ब्राह्मण तां गुरु दा भेख बना के बैठा है। ਗੁਰੂਆਂ ਦੇ ਬਚਨ ਵੀ ਉਸਨੇ ਯਾਦ ਕਰ ਲਏ ਨੇ, ਇਸ ਵਿੱਚ ਵੀ ਕੋਈ ਸ਼ੱਕ ਨਹੀਂ। ਹਰ ਧਰਮ ਦੇ ਪੁਜਾਰੀ ਐਸਾ ਕਰ ਸਕਦੇ ਨੇ ਔਰ ਕਰਦੇ ਨੇ। ਬਚਨ ਯਾਦ ਕਰ ਲੈਣੇ, ਤਿਨਾਂ ਦੇ ਅਰਥਾਂ ਦੇ ਸੰਬੰਧ ਵਿੱਚ ਕੁਝ ਥੋੜਾ ਬਹੁਤਾ ਜਾਣ ਲੈਣਾ, ਇਤਨਾ ਹੀ ਕਾਫੀ ਨਹੀਂ। ਸਤਿਗੁਰੂ ਜੀ ਨੇ ਕੋਈ ਲਿਹਾਜ਼ ਨਹੀਂ ਕੀਤਾ। ਸਿੱਖ ਦੀ ਜ਼ਿੰਦਗੀ ਦਾ ਜ਼ਿਕਰ ਕਰਦਿਆਂ ਵੀ ਇਹੀ ਕਿਹਾ, ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵਹਿ, ਹਰ ਹਰ ਊਤਮ ਬਾਣੀ। ਪਰ ਅਗਲੀ ਪੰਕਤੀ ਵਿੱਚ ਫੈਸਲਾ ਦੇ ਦਿੱਤਾ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਵਾਲ ਤਾਂ ਅਪਣਾ ਲੈਣ ਦਾ ਸੀ, ਲੇਕਿਨ ਬ੍ਰਾਹਮਣ ਨੇ ਬਹੁਤ ਕੁਝ ਕੰਠ ਕਰ ਲਿਆ, ਅਪਣਾਇਆ ਕੁਝ ਵੀ ਨਾ। ਭਾਈ ਵੀਰ ਸਿੰਘ ਜੀ ਦੀ ਰੁਬਾਈ ਬੜੀ ਪਿਆਰੀ ਹੈ। ਇਸੇ ਸੰਬੰਧ ਵਿੱਚ ਉਹਨਾਂ ਲਿਖੀ ਕਿ ਪੰਡਿਤ ਨੇ ਸੁਆਣੀ ਨੂੰ ਸਾਰੀ ਗੀਤਾ ਕੰਠ ਕਰਾਈ। ਪੰਡਿਤ ਜੀ ਤਾਂ ਇੱਕ ਪਾਸੇ ਪਤਨੀ ਨੂੰ ਵੀ ਯਾਦ ਕਰਵਾ ਦਿੱਤੀ ਪੂਰੀ ਗੀਤਾ। ਪੰਡਿਤ ਨੇ ਸੁਆਣੀ ਨੂੰ ਸਾਰੀ ਗੀਤਾ ਕੰਠ ਕਰਾਈ। ਸੁਆਣੀ ਨੇ ਮੈਨਾ ਨੂੰ ਅੱਗਿਓਂ ਨੋਕ ਜ਼ੁਬਾਨ ਕਰਾਈ। ਮੈਨਾ ਵੀ ਯਾਦ ਕਰ ਗਈ ਪੰਛੀ। ਮੈਨਾ ਤੋਂ ਤੋਤੇ ਨੇ ਸੁਣ ਕੇ ਪੜਛਿਆਂ ਪਾਠ ਸੁਣਾਇਆ। ਤੋਤਾ ਵੀ ਦੁਹਰਾਉਣ ਲੱਗ ਪਿਆ, ਮੈਨਾ ਰੱਖੀ ਹੋਈ ਤੋਤਾ ਰੱਖਿਆ ਹੋਇਆ, ਸੁਣ ਸੁਣ ਕੇ ਬੋਲਣਾ ਸਿੱਖ ਗਏ। ਮੈਨਾ ਤੋਂ ਤੋਤੇ ਨੇ ਸੁਣ ਕੇ ਪੜਛਿਆਂ ਪਾਠ ਸੁਣਾਇਆ। ਸਮਝ ਚੌਹਾਂ ਦੀ ਪਿਆ ਨਾ ਕੁਝ ਵੀ, ਕੈਸੀ ਹੈ ਪੜ੍ਹਾਈ। ਨਾ
ਪੰਡਿਤ ਜੀ ਨੂੰ ਪੂਰਨ ਤੌਰ 'ਤੇ ਗਿਆਨ ਹੈ ਕਿ ਉਹ ਨਾ ਕਮਾਇਆ ਹੋਵੇ, ਨਾ ਸੁਆਣੀ ਨੂੰ, ਨਾ ਮੈਨਾ ਨੂੰ, ਨਾ ਤੋਤੇ ਨੂੰ। ਇਸ ਪੜ੍ਹਾਈ ਦਾ ਕੀ ਅਰਥ ਹੋਇਆ? ਤੋ ਅਧੂਰਾ ਗੁਰੂ ਵੀ ਦੁਹਰਾਉਂਦਾ ਬਚਨ ਗੁਰੂ ਵਾਲੇ ਹੈ, ਲੇਕਿਨ ਉਸ ਦੀ ਹਾਲਤ ਐਸੀ ਹੀ ਹੈ ਜਿਵੇਂ ਸ਼ੀਸ਼ਾ ਪਾਣੀ ਤਾਂ ਰੱਖਦਾ ਹੈ ਪਰ ਪਿਆਸ ਨਹੀਂ ਬੁਝਾ ਸਕਦਾ। ਇੱਕ ਵਿਦਵਾਨ ਨੇ ਬੜੀਆਂ ਪਿਆਰੀਆਂ 2 ਪੰਕਤੀਆਂ ਇਸ ਸੰਬੰਧ ਵਿੱਚ ਲਿਖੀਆਂ ਨੇ। ਉਹ ਆਖਦਾ ਹੈ, ਮੰਜ਼ਰੇ ਤਸਵੀਰ ਦਰਦੇ ਦਿਲ ਮਿਟਾ ਸਕਤਾ ਨਹੀਂ। ਤਸਵੀਰ ਦਾ ਨਜ਼ਾਰਾ ਕੋਈ ਮਿਲਾਪ ਥੋੜੀ ਕਰਵਾ ਦੇਗਾ ਕਿ ਫੋਟੋ ਦੇਖੋਗੇ ਪਿਆਰੇ ਨੂੰ ਮਿਲ ਗਏ, ਮਿਲਾਪ ਹੋ ਗਿਆ, ਨਹੀਂ। ਮੰਜ਼ਰੇ ਤਸਵੀਰ ਦਰਦ ਦਿਲ ਮਿਟਾ ਸਕਤਾ ਨਹੀਂ, ਆईना ਪਾਣੀ ਤੋਂ ਰੱਖਤਾ ਹੈ, ਪਿਲਾ ਸਕਤਾ ਨਹੀਂ। ਸ਼ੀਸ਼ੇ ਵਿੱਚ ਪਾਣੀ ਤਾਂ ਹੈ ਪਰ ਪਿਆਸ ਬੁਝਾ ਦੇਗਾ, ਇਸ ਦੀ ਆਸ ਰੱਖ ਕੇ ਨਾ ਬੈਠ ਜਾਣਾ। ਗੁਰੂ ਦੇ ਭੇਖ ਵਿੱਚ ਬੜੇ ਮਿਲਣਗੇ। ਮੈਂ ਤਾਂ ਸੂਫੀਆਂ ਦੀ ਇੱਕ ਕਥਾ ਪੜ੍ਹੀ, ਇੱਕ ਗੁਰੂ ਪਾਸ ਕੋਈ ਪੀਰ ਪਾਸ ਗਿਆ ਤਾਂ ਮੁਰੀਦ ਬਣਨ ਲਈ। ਉਸ ਪੀਰ ਨੇ ਆਖਿਆ, ਦੇਖ ਮੁਰੀਦੀ ਕਮਾ ਲਵੇਂਗਾ? ਉਸਨੇ ਆਖਿਆ, ਜੀ ਮੁਸ਼ਕਿਲ ਕੀ ਹੈ? ਪੀਰ ਨੇ ਕਿਹਾ, ਮੁਸ਼ਕਿਲ ਇਹ ਹੈ ਕਿ ਕਈ ਕੁਝ ਕਰਨਾ ਪਏਗਾ। ਉਸਨੇ ਪੁੱਛਿਆ, ਤਾਂ ਵੀ ਦੱਸੋ ਤਾਂ ਸਹੀ। ਪੀਰ ਨੇ ਕਿਹਾ ਕਿ ਤੂੰ ਜਲ ਵੀ ਢੋਣਾ ਹੈ, ਪ੍ਰਸ਼ਾਦੇ ਵੀ ਤਿਆਰ ਕਰਨੇ ਨੇ, ਇਸ ਸਥਾਨ ਦੀ ਸਫਾਈ ਵੀ ਕਰਨੀ ਹੈ। ਜੋ ਪੀਰ ਕਹੇ ਉਹ ਮੁਰੀਦ ਨੇ ਕਰਨਾ ਹੈ ਤੇ 24 ਘੰਟੇ ਆਗਿਆ ਵਿੱਚ ਚੱਲਣਾ ਪੈਣਾ। ਉਹ ਸੋਚਾਂ ਵਿੱਚ ਪੈ ਗਿਆ ਤੇ ਪੁੱਛਣ ਲੱਗਾ, ਫਿਰ ਪੀਰ ਦਾ ਕੀ ਕੰਮ ਹੈ? ਤੁਹਾਡਾ ਕੀ ਕੰਮ ਹੋਵੇਗਾ? ਪੀਰ ਨੇ ਆਖਿਆ, ਮੇਰਾ ਕੰਮ ਹੈ ਤੁਹਾਨੂੰ ਆਗਿਆ ਦੇਣੀ, ਦੱਸਣਾ ਕਿਹਾ ਕਰੋ। ਕਹਿਣ ਲੱਗਾ, ਜੀ ਮੈਨੂੰ ਫਿਰ ਮੁਰੀਦ ਦੇ ਥਾਂ ਪੀਰ ਹੀ ਬਣਾ ਲਓ। ਆਦਮੀ ਕਰਨਾ ਕੁਝ ਨਹੀਂ ਚਾਹੁੰਦਾ, ਭੇਖ ਬਣਾ ਕੇ ਗੁਰੂ ਬਣ ਜਾਣਾ ਚਾਹੁੰਦਾ ਹੈ, ਭਾਵੇਂ ਖੁਦ ਵੀ ਰਸਤੇ ਦਾ ਕੋਈ ਗਿਆਨ ਬਿਲਕੁਲ ਮੂਲੋਂ ਹੀ ਨਾ ਹੋਵੇ। ਜੇਬਾਂ ਕੱਟਣ ਵਾਸਤੇ ਵੀ ਗੁਰੂ ਬਣ ਜਾਂਦੇ ਨੇ। ਲੋਕਾਂ ਦਾ ਧਨ ਕਿਸੇ ਤਰ੍ਹਾਂ ਹੜਪਣਾ ਹੈ, ਪਾਖੰਡ ਭਰਮ ਵਿੱਚ ਪਾ ਕੇ। ਜਗਤ ਤਿਨਾਂ ਪਿੱਛੇ ਹੀ ਵਧੇਰੇ ਕਰਕੇ ਭਟਕਦਾ ਹੈ, ਖਿਆਲ ਰੱਖਣਾ। ਪੂਰਾ ਗੁਰੂ ਤਾਂ ਆਪਣੀ ਮਸਤੀ ਵਿੱਚ ਹੈ, ਉਸ ਨੂੰ ਪਾਖੰਡ ਪ੍ਰਪੰਚ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ। ਇਸ ਲਈ ਇੱਕ ਸਿਆਣੇ ਨੇ ਆਖਿਆ, ਐ ਆਦਮੀ ਹੋਸ਼ਿਆਰ ਹੋ, ਲਿਬਾਸੇ ਖਿਜ਼ਰ में यहाँ सैकड़ों राहजन भी फिरते हैं। लुटेरे भी ने राह विच लुट लेने वाले। अगर दुनिया में रहना है तो कुछ पहचान पैदा कर। कबीर जी ने चोट की ब्राह्मण उपर, आखन लगे तू बाकी खलकत नूं इंज समझदा रहियो कि जिवें तू गवाला होवें ते ये तेरियां गऊआं होण, तेरे इशारियां ते चलन, पर तू कैसा साडा खसम बनियो बैठो, कदी पार लंघाया ही ना। हम गोरू तुम ग्वार गुसाई, जन्म जन्म रखवारे, कबहू न पार उतार चराए हो, कैसे खसम हमारे। कबीर जी आखन लगे, मैनू तो ये ज्ञान मिल गया है कि बामन जगत दा गुरु हो सकता है, भगत दा नहीं। भगत ने एक टीचा मिथ्या है जो जगत ने नहीं मिथ्या। भगत ने मिथ्या है कि प्रभु दा मिलाप मेरी मंजिल है, ते जिन्हां अंदर मंजिल लई प्रीत बनी हुई होवे ਉਹ ਰਸਤਿਆਂ ਵਿੱਚ ਕਦੀ ਨਹੀਂ ਰੁਕਿਆ ਕਰਦੇ। ਜਿਹੜਾ ਮੁਸਾਫਰ ਰਸਤੇ ਵਿੱਚ ਉਲਝ ਜਾਏ ਉਹ ਮੰਜ਼ਿਲ ਤੇ ਨਹੀਂ ਪਹੁੰਚਿਆ ਕਰਦਾ। ਸਿਆਣੇ ਲੋਕ ਆਖਦੇ ਨੇ, ਹਾਥੀ ਤੁਰਿਆ ਜਾਂਦਾ ਹੈ, ਕੁੱਤੇ ਭੌਂਕਦੇ ਰਹਿੰਦੇ ਨੇ। 20-30 ਕੁੱਤੇ 4 ਚਫੇਰਿਓਂ ਭੌਂਕੀ ਜਾਣ, ਹਾਥੀ ਤੁਰਿਆ ਜਾਂਦਾ। ਕਦੀ ਇਸ ਮੁਹਾਵਰੇ ਦੀ ਗਹਿਰਾਈ ਨੂੰ ਦੇਖੋ। अगर हाथी भी इन्हां
ਕੁੱਤਿਆਂ ਦਾ ਜਵਾਬ ਦੇਣ ਵਿੱਚ ਉਲਝ ਜਾਏ, ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ। ਇੱਕ ਪਾਸੇ ਸੁੰਡ ਕਰੇਗਾ, ਦੂਜੇ ਪਾਸੇ ਭੌਂਕ ਰਹੇ ਨੇ, ਕਿਸ ਨਾਲ ਨਿਬੜੇਗਾ। ਉਸ ਨੂੰ ਪਤਾ ਹੈ ਮੈਂ ਕਿਸੇ ਮੰਜ਼ਿਲ ਤੇ ਜਾਣਾ ਹੈ, ਉੱਪਰ ਮਹਾਵਤ ਬੈਠਾ ਹੈ। ਉਹ ਕੁੱਤਿਆਂ ਦੀ ਪਰਵਾਹ ਨਹੀਂ ਕਰਨ ਦਿੰਦਾ, ਆਪਣੇ ਧਿਆਨ ਵਿੱਚ ਤੁਰਿਆ ਜਾਂਦਾ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਬਚਨ ਫਰਮਾਇਆ, ਵਾਟ ਨਾ ਕਰਈ ਮਾਮਲਾ ਜਾਣੈ ਮਹਿਮਾਨ। ਰਸਤੇ ਵਿੱਚ ਕਦੀ ਮਾਮਲੇ ਨਹੀਂ ਪਾਈ ਦੇ ਜੇ ਮੰਜ਼ਿਲ ਤੇ ਪਹੁੰਚਣਾ ਹੋਵੇ। ਭਗਤ ਨੇ ਮੰਜ਼ਿਲ ਤੇ ਪਹੁੰਚਣਾ ਹੈ, ਉਸ ਦੇ ਅੰਦਰ ਪ੍ਰਭੂ ਦੀ ਪ੍ਰੀਤ ਹੈ। ਫਿਰ ਭਾਈ ਵੀਰ ਸਿੰਘ ਜੀ ਦੇ ਬਚਨ ਮੈਨੂੰ ਯਾਦ ਆ ਰਹੇ ਨੇ। ਉਹ ਆਖਦੇ ਨੇ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਮੰਜ਼ਿਲ ਤੋਂ ਉਰੇ ਬੈਠਣ ਦਾ ਕੀ ਸਵਾਲ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਨੇਹੋਂ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਵਹਿੰਦੇ। ਮਿਲਾਪ ਲਈ ਤੜਪ ਹੈ ਅੰਦਰ, ਨੀਂਦਰ ਕਿੱਥੇ। ਇੱਕੋ ਲਗਨ ਲੱਗੀ ਲਈ ਜਾਵੇ, ਹੈ ਟੋਰ ਅਨੰਤ ਉਹਨਾਂ ਦੀ। ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿਤ ਰਹਿੰਦੇ। ਮਿਲਾਪ ਤੋਂ ਉਰੇ ਟਿਕਾਣਾ ਨਹੀਂ। ਭਗਤ ਨੇ ਮੰਜ਼ਿਲ ਮਿਥ ਲਈ ਹੈ ਤੇ ਬ੍ਰਾਹਮਣ ਆਪ ਮੰਜ਼ਿਲ ਤੇ ਪੁੱਜਾ ਨਹੀਂ, ਰਸਤੇ ਦਾ ਗਿਆਨ ਨਹੀਂ, ਉਸਨੇ ਤਾਂ ਕਰਮ ਕਾਂਡ ਵਿੱਚ ਪਾਉਣਾ ਹੈ। ਜੇ ਇਹ ਫਰਕ ਦੇਖਣਾ ਹੋਵੇ ਤਾਂ ਇੱਕ ਤਸਵੀਰ ਇਤਿਹਾਸ ਦੀ ਦੇਖਣ ਵਾਲੀ ਹੈ। ਘਰ ਦੇ ਜੀਆਂ ਨੇ ਸਭ ਇੰਤਜ਼ਾਮ ਕੀਤਾ ਹੈ, ਰਿਸ਼ਤੇਦਾਰ ਸੱਜਣ ਮਿੱਤਰ ਸਭ ਇਕੱਠੇ ਹੋ ਬੈਠੇ ਨੇ। ਨਗਰ ਦਾ ਮੁਖੀ ਪ੍ਰੋਹਤ ਪੰਡਿਤ ਹਰਦਿਆਲ, ਜੋ ਬੜਾ ਵਿਦਵਾਨ ਵੀ ਹੈ, ਜਨੇਊ ਦੀ ਰਸਮ ਅਦਾ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਲਈ, ਉਹ ਵੀ ਆ ਬੈਠਾ ਹੈ। ਲੇਕਿਨ ਸਤਿਗੁਰੂ ਕਹਿੰਦੇ ਨੇ, ਜਨੇਊ ਪਾਉਣ ਤੋਂ ਮੈਂ ਇਨਕਾਰੀ ਵੀ ਨਹੀਂ, ਪਰ ਜਨੇਊ ਉਹ ਪੰਡਿਤ ਜੀ ਪਾਉਣਾ ਜਿਹੜਾ ਰੂਹ ਦਾ ਸਾਥੀ ਬਣ ਸਕੇ। ਪੰਡਿਤ ਤਾਂ ਇੱਕ ਵਾਰੀ ਹਿੱਲ ਗਿਆ, ਰੂਹ ਦਾ ਸਾਥੀ ਸਰੀਰ ਤੇ ਪਾਇਆ ਜਾਂਦਾ ਹੈ। ਰੂਹ ਨੂੰ ਵੀ ਕਦੀ ਜਨੇਊ ਪਏ ਨੇ? ਬਾਬੇ ਆਖਿਆ ਹਾਂ ਪੈਂਦੇ ਨੇ। ਉਹਨਾਂ ਦੀ ਖੂਬੀ ਇਹ ਹੈ, ਨਾ ਮੈਲੇ ਹੋਣ ਨਾ ਟੁੱਟਣ, ਮੌਤ ਵੀ ਅਲੱਗ ਨਾ ਕਰ ਸਕੇ। ਬਾਬੇ ਨੇ ਸ਼ਬਦ ਗਾਵਿਆ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ। ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ। ਧਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਏ। ਇਹ ਬ੍ਰਾਹਮਣ ਦੇ ਵੱਸ ਦੀ ਖੇਡ ਨਹੀਂ। ਭਗਤ ਦਾ ਗੁਰੂ ਕਿਵੇਂ ਬ੍ਰਾਹਮਣ ਬਣ ਸਕਦਾ ਹੈ? ਬਾਹਰ ਦਾ ਜਨੇਊ ਪਾਉਣਾ ਹੈ, ਉਹ ਭਗਤ ਨੂੰ ਲੋੜ ਨਹੀਂ। ਜਗਤ ਨੇ ਰਸਮ ਪੂਰੀ ਕਰਨੀ ਹੈ। ਹਰ ਧਰਮ ਵਿੱਚ ਜਿੱਥੇ ਕਰਮਕਾਂਡ ਪ੍ਰਦਾਨ ਹੋਇਆ, ਉੱਥੇ ਭਗਤ ਨੂੰ ਬਗਾਵਤ ਕਰਨੀ ਪਈ ਹੈ, ਕਿਉਂਕਿ ਭਗਤ ਨੇ ਇੱਕ ਮੰਜ਼ਿਲ ਮਿਥੀ ਹੈ, ਉਸ ਤੋਂ ਉਰੇ ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿਤ ਰਹਿੰਦੇ। ਕਬੀਰ ਜੀ ਕਹਿੰਦੇ ਨੇ, ਬਾਮਨ ਜਗਤ ਦਾ ਗੁਰੂ ਹੋਵੇਗਾ, ਭਗਤ ਦਾ ਗੁਰੂ ਨਹੀਂ। ਭਗਤਾਂ ਦੀ ਮੰਜ਼ਿਲ ਹੋਰ ਹੈ। ਕਬੀਰ ਬਾਮਨ ਗੁਰੂ ਹੈ, ਜਗਤ ਕਾ ਭਗਤਨ ਕਾ ਗੁਰ ਨਾ ਹੈ। ਭਗਤਾਂ ਦਾ ਗੁਰੂ ਬ੍ਰਾਹਮਣ ਨਹੀਂ। ਅਰਜ ਉਰਜ ਕੈ ਪਚਮੂਆ, ਚਾਰੋਂ ਬੇਦੋਂ ਮਾਹੇ। ਇਹ ਤਾਂ ਆਪ ਉਲਝਿਆ ਪਿਆ ਹੈ, ਖੁਆਰ ਹੋ ਰਿਹਾ ਹੈ, ਅੰਦਰੂਨੀ ਜ਼ਿੰਦਗੀ ਵੱਲੋਂ ਮੋਇਆ ਹੋਇਆ ਹੈ। ਪ੍ਰਭੂ ਮਿਲਾਪ ਨਹੀਂ ਤਾਂ ਜ਼ਿੰਦਗੀ ਕੈਸੀ? ਕਰਮਕਾਂਡ ਹੈ, ਬੰਦਗੀ ਨਹੀਂ, ਤਾਂ ਇਸ ਨੂੰ ਮੈਂ ਜ਼ਿੰਦਗੀ ਕਿਵੇਂ ਆਖਾਂ? ਇਹ ਤਾਂ ਆਪ ਹੀ ਹੋਮ ਜਗ
ਆਦਿਕ ਦੇ ਕਰਮ ਕਾਂਡ ਦੀਆਂ ਉਲਝਣਾਂ ਵਿੱਚ ਪੈ ਕੇ ਖੱਪ ਕੇ ਕੇਵਲ ਭਰਮ ਦੇ ਜਾਲ ਵਿੱਚ ਫਸਿਆ ਪਿਆ ਹੈ। ਕਦੀ ਸੂਤਕ ਹੈ, ਕਦੀ ਪਾਤਕ ਹੈ, ਕੋਈ ਜਨਮ ਪਿਆ ਹੈ, ਕੋਈ ਮਰ ਗਿਆ ਹੈ। ਅਪਵਿੱਤਰਤਾ ਹੀ ਅਪਵਿੱਤਰਤਾ, ਇਸ ਦਾ ਤਾਂ ਰੱਬ ਵੀ ਪਿੱਟਿਆ ਜਾਂਦਾ ਹੈ। ਸ਼ੂਦਰ ਇਸ ਦੇ ਮੰਦਰ ਵਿੱਚ ਪ੍ਰਵੇਸ਼ ਕਰ ਜਾਏ, ਹੱਦ ਹੋ ਗਈ। ਰੱਬ ਦੀ ਸਮਰੱਥਾ ਨਾ ਹੋਈ ਜੋ ਸ਼ੂਦਰ ਨੂੰ ਪਵਿੱਤਰ ਕਰ ਦੇਵੇ। ਸ਼ੂਦਰ ਤਾਕਤਵਰ ਨਿਕਲਿਆ ਕਿ ਭਗਵਾਨ ਵੀ ਪਿੱਟੇ ਗਏ। ਨਾਮਦੇਵ ਜੀ ਨੂੰ ਕਿਉਂ ਧੱਕੇ ਮਾਰੇ ਬ੍ਰਾਹਮਣ? ਕਾਰਨ ਕੀ ਸੀ? ਮੰਦਰ ਪਿੱਟਿਆ ਗਿਆ। ਇਹ ਆਪ ਉਲਝਿਆ ਪਿਆ ਹੈ ਬ੍ਰਾਹਮਣ। ਨਾ ਆਨੰਦ ਇਸ ਨੇ ਜਾਣਿਆ ਹੈ, ਚਾਰਾਂ ਵੇਦਾਂ ਦੇ ਕਰਮਕਾਂਡ ਦੀਆਂ ਰੀਤਾਂ ਵਿੱਚ ਉਲਝਿਆ ਹੋਇਆ। ਭਗਤ ਨੂੰ ਕਿੱਥੇ ਆਨੰਦ ਦੀ ਅਵਸਥਾ ਦਾ ਕੋਈ ਬਚਨ ਸੁਣਾ ਸਕਦਾ ਹੈ? ਕਬੀਰ ਜੀ ਕਹਿੰਦੇ ਨੇ, ਇਸ ਲਈ ਭਗਤ ਦਾ ਬ੍ਰਾਹਮਣ ਨਾਲ ਕੋਈ ਸੰਬੰਧ ਨਹੀਂ। ਇਹ ਆਪ ਉਲਝਿਆ ਹੈ, ਭਟਕਿਆ ਹੈ। ਇਹ ਮੰਜ਼ਿਲ ਤੇ ਪਹੁੰਚਾਉਣ ਦੇ ਸਮਰੱਥ ਨਹੀਂ। ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ। ਅਰਜ ਉਰਜ ਕੈ ਪਚ ਮੂਆ, ਚਾਰੋਂ ਬੇਦਹੁ ਮਾਹੇ। ਅਗਲੇ ਸ਼ਲੋਕ ਅੰਦਰ ਫਰਮਾਉਂਦੇ ਨੇ, ਹਰ ਹੈ ਖਾਂਡ ਰੇਤ ਮਹਿ ਬਿਖਰੀ, ਹਾਥੀ ਚੁਨੀ ਨ ਜਾਏ। ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕੈ ਖਾਏ। ਪੂਰੇ ਗੁਰੂ ਨੇ ਅਹੰਕਾਰ ਵਿੱਚ ਨਹੀਂ ਪਾਉਣਾ, ਅਹੰਕਾਰ ਮਿਟਾਉਣਾ ਹੈ। ਗੁਰੂ ਆਪ ਨਿਮਰਤਾ ਵਿੱਚ ਹੈ, ਨਿਮਰਤਾ ਸਿਖਾਉਂਦਾ ਹੈ। ਗਰੀਬੀ ਗਦਾ ਹਮਾਰੀ, ਸਤਿਗੁਰੂ ਦਾ ਆਪਣਾ ਐਲਾਨ ਹੈ। ਤੇ ਇੰਜ ਸਮਝੋ, ਹਰੀ ਹੈ ਇੱਕ ਖੰਡ, ਪ੍ਰਭੂ ਦਾ ਨਾਮ। ਪ੍ਰਭੂ ਖੁਦ ਇੱਕ ਖੰਡ ਹੈ। ਸੰਸਾਰ ਹੈ ਇੱਕ ਰੇਤ ਜਿਸ ਵਿੱਚ ਉਹ ਖਿਲ ਰਿਹਾ ਹੈ, ਦੂਰ ਵੀ ਨਹੀਂ। ਇਹ ਇੱਕ ਬੜੀ ਸੁੰਦਰ ਮਿਸਾਲ ਹੈ ਕਿ ਖੰਡ ਤੇ ਰੇਤ ਜਿਵੇਂ ਮਿਲੀਆਂ ਹੋਈਆਂ ਹੋਵਣ, ਤਕਰੀਬਨ ਇੱਕੋ ਜਿਹਾ ਆਕਾਰ, ਸ਼ਕਲ, ਸੂਰਤ ਵੀ ਮਿਲੇ। ਖੰਡ ਤੇ ਰੇਤ ਮਿਲ ਗਈਆਂ। ਖੰਡ ਰੇਤ ਵਿੱਚ ਬਿਖਰੀ ਪਈ ਹੈ। ਚੁਗਣੀ ਹੈ ਤਾਂ ਜੁਗਤ ਦੀ ਜ਼ਰੂਰਤ ਚਾਹੀਦੀ ਹੈ। ਪਰਮਾਤਮਾ ਸੰਸਾਰ ਤੋਂ ਦੂਰ ਨਹੀਂ, ਪ੍ਰਕਿਰਤੀ ਦੇ ਅੰਦਰ ਹੈ। ਸਿਰਜਣਹਾਰ ਸਿਰਜਣਾ ਦੇ ਵਿੱਚ ਬੈਠਾ ਹੋਇਆ। ਲੇਕਿਨ ਹਾਥੀ ਨੂੰ ਆਖੋ ਤੂੰ ਰੇਤ ਵਿੱਚੋਂ ਖੰਡ ਚੁਗ ਲੈ, ਹਾਥੀ ਦੇ ਵੱਸ ਦਾ ਕੰਮ ਨਹੀਂ। ਬੜਾ ਵੱਡਾ ਆਕਾਰ ਹੈ, ਬੜੀ ਵੱਡੀ ਹਸਤੀ ਹੈ ਉਸਦੀ। ਸੱਚ ਤਾਂ ਇਹ ਹੈ, ਹਾਥੀ ਦਾ ਇੱਕ ਨਾਮ ਹੀ ਹਸਤੀ ਰੱਖਿਆ ਗਿਆ ਹੈ ਹਿੰਦੀ ਵਿੱਚ। ਹਾਥੀ ਨੂੰ ਹਸਤੀ ਆਖਦੇ ਨੇ, ਹੈ ਹੀ ਹਸਤੀ। ਜੰਗਲ ਦੇ ਬਾਕੀ ਜੀਵਾਂ ਨਾਲੋਂ ਕਿਤੇ ਵਡੇਰਾ ਕੱਦ, ਬੜੀ ਤਾਕਤ। ਲੇਕਿਨ ਇੱਕ ਮਾਮੂਲੀ ਗੱਲ ਉਸ ਦੇ ਸਾਹਮਣੇ ਪਾ ਦਿਓ। ਪ੍ਰਸ਼ਨ ਇਹ ਕਿ ਖੰਡ ਤੇ ਰੇਤ ਮਿਲੇ ਹੋਏ ਨੇ, ਖੰਡ ਚੁਗ ਲੈ, ਨਹੀਂ ਚੁਗ ਸਕੇਗਾ। ਵੱਡੇ ਵੱਡੇ ਦਰਖਤਾਂ ਦੇ ਟਹਿਣੇ ਤੇ ਤੋੜ ਦੇਵੇ, ਲੇਕਿਨ ਖੰਡ ਨਹੀਂ ਚੁਗ ਸਕੇਗਾ। ਕਬੀਰ ਜੀ ਕਹਿੰਦੇ ਨੇ, ਪਰਮਾਤਮਾ ਇੰਜ ਹੈ ਜਿਵੇਂ ਖੰਡ ਹੋਵੇ, ਮਿਠਾਸ ਦਾ ਸੋਮਾ ਹੈ ਰੇਤ ਵਿੱਚ, ਸੰਸਾਰ ਵਿੱਚ ਹੀ ਹੈ, ਕਿਧਰੇ ਜਾਣ ਦੀ ਜ਼ਰੂਰਤ ਨਹੀਂ। ਲੇਕਿਨ ਹਾਥੀ ਨਾ ਚੁਗ ਸਕੇਗਾ। ਗੁਰੂ ਨੇ ਜੁਗਤ ਦੱਸੀ, ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕੈ ਖਾਏ। ਗੁਰੂ ਨੇ ਬੜਾ ਸੁੰਦਰ ਨੁਕਤਾ ਸਮਝਾ ਦਿੱਤਾ ਕਿ ਕੀੜੀ ਬਣ ਜਾ ਤੇ ਖੰਡ ਚੁਗ ਲੈ। ਕੀੜੀ ਨੂੰ ਕੋਈ ਮੁਸ਼ਕਲ ਨਹੀਂ, ਬੜੀ ਆਸਾਨੀ ਨਾਲ ਰੇਤ ਵਿੱਚੋਂ ਕੀੜੀ ਖੰਡ ਚੁੱਕ ਕੇ ਲੈ ਜਾਏਗੀ। ਇਉਂ ਹੀ ਨਿਮਰਤਾ ਨਾਲ ਪ੍ਰਭੂ ਨੂੰ ਪਾਇਆ ਜਾਂਦਾ ਹੈ। ਅਹੰਕਾਰੀ ਪੁਰਸ਼ ਦੀ ਦ੍ਰਿਸ਼ਟੀ ਉਸ ਪਰਮਾਤਮਾ ਨੂੰ ਦੇਖਣ ਦੇ ਵੀ ਸਮਰੱਥ ਨਹੀਂ। ਚੁਗਣਾ ਤਾਂ ਦੂਰ।
ਇਸ ਲਈ ਭਗਤ ਦੇ ਜੀਵਨ ਵਿੱਚੋਂ ਤੁਸੀਂ ਹਮੇਸ਼ਾ ਨਿਮਰਤਾ ਦੇਖੋਗੇ। ਹੰਕਾਰ ਦਾ ਕੋਈ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ। ਹਰ ਵੇਲੇ ਨਿਮਰਤਾ ਵਿੱਚ, ਤੇ ਨਿਮਰਤਾ ਪਰਮਾਤਮਾ ਦਾ ਰਸਤਾ ਹੈ। ਜਿਸ ਨੂੰ ਝੁਕਣ ਦੀ ਜਾਚ ਹੈ ਉਸ ਨੂੰ ਮਾਲਕ ਦਾ ਮਿਲਾਪ ਨਸੀਬ ਹੋ ਹੀ ਜਾਂਦਾ ਹੈ। ਹਰ ਭਗਤ ਦੇ ਜੀਵਨ ਵਿੱਚੋਂ ਨਿਮਰਤਾ ਦੇਖੋਗੇ। ਜਿੱਥੇ ਨਿਮਰਤਾ ਗਵਾਚ ਗਈ ਹੋਵੇ, ਲੱਖ ਭੇਖ ਬਣਾਵੇ ਕੋਈ, ਉਹ ਸਾਧੂ ਨਹੀਂ, ਭਗਤ ਨਹੀਂ, ਭੇਖੀ ਹੋ ਸਕਦਾ ਹੈ। ਭਾਈ ਬੁੱਧੂ ਸਾਹਿਬ ਦੀ ਕਥਾ ਸ਼ਾਇਦ ਆਪਨੇ ਸੁਣੀ ਹੋਵੇ ਕਦੀ। ਸੇਵਾ ਪੰਥੀ ਭਾਈ ਬੁੱਧੂ ਸਾਹਿਬ ਭੇਰੇ ਰਹਿੰਦੇ ਸਨ। ਬੜੀ ਰਸੀ ਹੋਈ ਆਤਮਾ, ਰੱਬ ਦੇ ਰੰਗ ਵਿੱਚ ਖੇਡਣ ਵਾਲੇ। ਸੁਭਾਵਕ ਡੇਰੇ ਦੇ ਬਾਹਰ, ਧਰਮਸਾਲ ਦੇ ਬਾਹਰ ਤੰਦੂਰ ਦੇ ਪਾਸ ਖੜੇ ਸਨ, ਤੇ ਤੰਦੂਰ ਤੇ ਰੋਟੀਆਂ ਲਾਉਣ ਵਾਲਾ, ਪ੍ਰਸ਼ਾਦੇ ਬਣਾਉਣ ਵਾਲਾ ਕਿਧਰੇ ਪਾਸੇ ਹੋ ਗਿਆ ਹੋਵੇਗਾ। ਇਕੱਲੇ ਖੜੇ ਕਿ ਇੱਕ ਸਿਪਾਹੀ ਆ ਗਿਆ। ਸਿਪਾਹੀ ਨੇ ਆਖਿਆ, ਭਾਈ ਮੈਨੂੰ ਰੋਟੀਆਂ ਬਣਾ ਦੇ, ਆ ਲੈ ਆਟਾ ਤੇ ਤੰਦੂਰ ਤੇ ਰੋਟੀਆਂ ਲਾ ਦੇ। ਉਸ ਨੂੰ ਨਾ ਪਹਿਚਾਣ ਕੇ ਇਹ ਧਰਮਸਾਲ ਦੇ ਮੁਖੀ ਸੇਵਾਦਾਰ ਨੇ, ਨਾ ਇਹ ਪਤਾ ਕਿ ਨਾਮ ਰਸੀਏ ਪੂਰਨ ਭਗਤ ਹਨ। ਰੋਟੀਆਂ ਬਣਾ ਦੇ, ਤੰਦੂਰ ਦੇ ਪਾਸ ਖੜਾ। ਤੇ ਬੁੱਧੂ ਸਾਹਿਬ ਆਖਣ ਲੱਗੇ, ਸਤ ਬਚਨ ਜੀ। ਰੋਟੀਆਂ ਬਣਾਈਆਂ, 3 ਪ੍ਰਸ਼ਾਦੇ ਇਸ ਸਿਪਾਹੀ ਲਈ ਬਣਾਏ, 2 ਤਾਂ ਠੀਕ ਬਣ ਗਏ, ਤੀਜੇ ਨੂੰ ਉਤਾਰਦਿਆਂ ਸੇਕ ਵਧੇਰੇ ਲੱਗ ਗਿਆ। ਤੇ ਸੁਭਾਵਕ ਸੀ, ਜਿਸ ਪ੍ਰਸ਼ਾਦੇ ਨੂੰ ਸੇਕ ਵੱਧ ਲੱਗਾ ਉਹ ਥੋੜਾ ਸੜ ਗਿਆ। ਸਿਪਾਹੀ ਨੇ ਜਦੋਂ ਪ੍ਰਸ਼ਾਦੇ ਲਏ ਵਾਪਸ, ਸਿਪਾਹੀ ਆਖਰ ਸਿਪਾਹੀ, ਹਿੰਦੁਸਤਾਨ ਦੀ ਪੁਲਿਸ ਜੈਸੀ ਹੈ, ਇੱਕਦਮ ਕ੍ਰੋਧ ਵਿੱਚ ਆ ਕੇ ਭਾਈ ਬੁੱਧੂ ਸਾਹਿਬ ਦੇ ਚਪੇੜ ਕੱਢ ਮਾਰੀ। ਕਬੋਲ ਵੀ ਬੋਲੇ, ਤੰਦੂਰ ਦੇ ਪਾਸ ਖੜਾ ਤੇ ਰੋਟੀ ਪਕਾਉਣ ਦਾ ਤੈਨੂੰ ਚੱਜ ਨਹੀਂ, ਰੋਟੀ ਸਾੜ ਦਿੱਤੀ। ਇਧਰ ਨਿਮਰਤਾ ਦੇ ਪੁੰਜ ਭਾਈ ਬੁੱਧੂ ਸਾਹਿਬ ਕੀ ਜਵਾਬ ਦਿੰਦੇ ਨੇ ਅੱਗਿਓਂ। ਆਖਣ ਲੱਗੇ, ਇੱਕ ਹੋਰ ਮਾਰ। ਬੜਾ ਚੰਗਾ ਕੀਤਾ ਈ। ਉਹ ਜਾਚ ਤਾਂ ਜਿਸ ਨੂੰ ਜ਼ਿੰਦਗੀ ਦੇ ਅੰਦਰ ਰੋਟੀ ਪਕਾਉਣ ਦੀ ਨਾ ਆਵੇ, ਉਹ ਵੀ ਚਪੇੜਾਂ ਖਾਣ ਦਾ ਅਧਿਕਾਰੀ ਏ। ਮੈਨੂੰ ਤੇ ਅਜੇ ਤੱਕ ਜ਼ਿੰਦਗੀ ਨੂੰ ਪਕਿਆਈ ਵੱਲ ਲਿਜਾਣ ਦੀ ਜਾਚ ਨਹੀਂ ਆਈ। ਵਿਕਾਰ ਸਾੜਦੇ ਪਏ ਨੇ ਥਾਂ ਥਾਂ। ਇਸ ਸੇਕ ਤੋਂ ਹੀ ਤਾਂ ਬਚਣ ਦੀ ਮੈਂ ਜੁਗਤ ਸਿੱਖਣੀ ਚਾਹੁੰਦਾ। ਤੂੰ ਠੀਕ ਕੀਤਾ ਈ। ਮੈਂ ਤਾਂ ਵਿਕਾਰਾਂ ਦੇ ਸੇਕ ਤੋਂ ਬਚਣ ਲਈ ਸੋਚਾਂ ਵਿੱਚ ਪਿਆ ਹੋਇਆ ਸਾਂ। ਜੇ ਇੱਕ ਰੋਟੀ ਸੜ ਜਾਣ ਤੇ ਸੇਕ ਲੱਗ ਜਾਣ ਤੇ ਵਧੇਰੇ ਚਪੇੜ ਪੈ ਸਕਦੀ ਹੈ, ਜਿਹਨੇ ਜ਼ਿੰਦਗੀ ਸਾੜ ਲਈ ਉਹਦਾ ਕੀ ਹਸ਼ਰ ਹੋਵੇਗਾ। ਤਦੋਂ ਨੂੰ ਸੇਵਾਦਾਰ ਵੀ ਇਕੱਠੇ ਹੋ ਗਏ, ਸਿਪਾਹੀ ਦੀਆਂ ਵੀ ਅੱਖਾਂ ਖੁੱਲ ਗਈਆਂ। ਮੈਂ ਕਿਸ ਸਟੇਜ ਤੋਂ ਕਬੋਲ ਬੋਲਦਾ ਤੇ ਚਪੇੜ ਮਾਰਨ ਵਾਲਾ ਮੈਂ ਕੌਣ? ਇਹ ਧਰਮਾਤਮਾ ਪੁਰਸ਼ ਕਿੱਥੇ ਪੁੱਜੇ ਹੋਏ। ਚਪੇੜ ਤਾਂ ਦੂਜੀ ਕਿਸ ਮਾਰਨੀ ਸੀ, ਕਦਮਾਂ ਤੇ ਡਿੱਗ ਪਿਆ। ਬਾਬਾ ਬਖਸ਼ ਲੈ, ਮੈਥੋਂ ਗਲਤੀ ਹੋ ਗਈ। ਸੰਤਾਂ ਨੇ ਗਲਵੱਕੜੀ ਵਿੱਚ ਲਿਆ, ਆਖਣ ਲੱਗੇ, ਕੋਈ ਗੱਲ ਨਹੀਂ, ਕੋਈ ਗਲਤੀ ਨਹੀਂ ਹੋਈ। ਤੂੰ ਮੈਨੂੰ ਸਬਕ ਦਿੱਤਾ ਹੈ ਤੇ ਸਬਕ ਦੇਣ ਵਾਲਾ ਝਿੜਕ ਲਵੇ, ਕੀ ਹਰਜ ਹੈ। ਸੇਕ ਨਹੀਂ ਲੱਗਣਾ ਚਾਹੀਦਾ। ਕਿਉਂ ਸੜ ਜਾਏ ਰੋਟੀ। ਤੇ ਇਹ ਵੀ ਸਬਕ ਤੂੰ ਦਿੱਤਾ ਹੀ ਕਿ ਰੋਟੀ ਸੜਿਆਂ ਚਪੇੜ ਪੈ ਸਕਦੀ ਏ। ਜੇ ਜ਼ਿੰਦਗੀ ਵਿਕਾਰਾਂ 'ਚ ਸੜ ਗਈ ਕੀ ਬਣੇਗਾ, ਅਗਾਂਹ ਕੀ ਹਸ਼ਰ ਹੋਣਾ।
ਤੂੰ ਠੀਕ ਚੇਤਾਇਆ, ਯਾਦ ਕਰਵਾਇਆ। ਲੇਕਿਨ ਇਸ ਸਿਪਾਹੀ ਦੀ ਜ਼ਿੰਦਗੀ ਐਸੀ ਬਦਲੀ ਏ, ਸੰਤ ਹੋ ਨਿਬੜਿਆ। ਖੁਦ ਲੋਕਾਂ ਲਈ ਪ੍ਰਸ਼ਾਦੇ ਉਤਾਰਨ ਲੱਗ ਪਿਆ ਤੰਦੂਰ ਤੇ ਖੜੋ। ਜਪਜੀ ਸਾਹਿਬ ਦਾ ਪਾਠ ਭਾਈ ਬੁੱਧੂ ਸਾਹਿਬ ਪਾਸੋਂ ਸਿੱਖ ਕੇ ਫਿਰ ਅਗਾਂਹ ਗੁਰਬਾਣੀ ਦੀ ਸੰਥਿਆ ਹਾਸਲ ਕੀਤੀ। ਇਹ ਨਿਮਰਤਾ ਨੇ ਅਹੰਕਾਰੀ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਸਾਧੂ ਅੰਦਰ ਨਿਮਰਤਾ ਹੁੰਦੀ ਹੈ। ਤੇ ਬੜੀ ਕਮਾਲ ਦੀ ਗੱਲ ਹੈ, ਰੁੱਖ ਉੱਚਾ ਉੱਠਿਆ, ਜਦੋਂ ਫਲ ਲੱਗੇ ਨੇ ਟਹਿਣੀਆਂ ਝੁਕ ਗਈਆਂ ਨੇ। ਜਿਸ ਦੀ ਜ਼ਿੰਦਗੀ ਵਿੱਚ ਫਲ ਲੱਗ ਜਾਂਦੇ ਨੇ ਉਹਦੀਆਂ ਟਹਿਣੀਆਂ ਝੁਕਦੀਆਂ ਨੇ। ਉਹ ਨਿਮਰਤਾ ਵਿੱਚ ਆਉਂਦਾ ਹੈ, ਹੰਕਾਰ ਵਿੱਚ ਨਹੀਂ। ਹੰਕਾਰ ਵਿੱਚ ਉਹੀ ਹੁੰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਫਲ ਨਾ ਹੋਵੇ। ਨਿਮਰਤਾ ਬੜਾ ਵੱਡਾ ਗੁਣ ਹੈ। ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਪੰਚਮ ਪਾਤਸ਼ਾਹ ਜੀ ਦਾ ਇੱਕ ਸ਼ਲੋਕ ਹੈ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਉ, ਟਿੱਬੇ ਜਿਉ ਮੀਹਾ। ਬਰਸਾਤ ਹੋਵੇ ਟਿੱਬੇ ਖਾਲੀ ਦੇ ਖਾਲੀ, ਟੋਏ ਭਰ ਜਾਂਦੇ ਨੇ, ਨੀਵੇਂ ਥਾਂ ਭਰ ਜਾਂਦੇ। ਇਉਂ ਹੀ ਜਿਨ੍ਹਾਂ ਅੰਦਰ ਹੰਕਾਰ ਹੈ, ਧਨ ਦਾ ਹੋਵੇ, ਜੋਬਨ ਦਾ ਹੋਵੇ, ਕੋਈ ਹੋਵੇ, ਕਰਮਕਾਂਡ ਦਾ ਹੋਵੇ, ਉਹ ਖਾਲੀ ਰਹਿ ਜਾਂਦੇ ਨੇ। ਗੁਰੂ ਨੇ ਠੀਕ ਮੱਤ ਦਿੱਤੀ ਕਿ ਦੇਖ, ਹਰੀ ਨਾਮ ਖੰਡ ਹੈ। ਰੇਤ ਵਿੱਚੋਂ ਖੰਡ ਚੁਗਣੀ ਹੋਵੇ ਤਾਂ ਕੀੜੀ ਬਣ ਹਾਥੀ ਬਣਿਆ ਗੱਲ ਨਹੀਂ ਬਣਨੀ। ਸੰਸਾਰ ਵਿੱਚ ਨਿਰੰਕਾਰ ਹੈ, ਜੇ ਦੇਖਣਾ ਹੀ ਤੇ ਨਿਮਰਤਾ ਦੇ ਰਾਹ ਚੱਲ ਪਓ। 239ਵੇਂ ਸ਼ਲੋਕ ਅੰਦਰ ਕਬੀਰ ਸਾਹਿਬ ਲਿਖਦੇ ਨੇ, ਕਬੀਰ ਜੋ ਤੋਹਿ ਸਾਧ ਪਿਰਮ ਕੀ, ਸੀਸ ਕਾਟ ਕਰ ਗੋਏ। ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ ਹੋਏ। ਇਸੇ ਹੀ ਸਬਕ ਨੂੰ ਹੋਰ ਦ੍ਰਿੜ ਕਰਵਾਇਆ ਇਸ ਤੋਂ ਅਗਲੇ ਸ਼ਲੋਕ ਵਿੱਚ, ਕਬੀਰ ਜੋ ਤੋਹਿ ਸਾਧ ਪਿਰਮ ਕੀ, ਪਾਕੇ ਸੇਤੀ ਖੇਲ। ਕਾਚੀ ਸਰਸੋਂ ਪੇਲ ਕੈ, ਨਾ ਖਲ ਭਈ ਨਾ ਤੇਲ। ਜੇ ਤੈਨੂੰ ਪ੍ਰਮਾਤਮਾ ਦੇ ਪਿਆਰ ਦੀ ਖੇਡ ਖੇਡਣ ਦੀ ਤਾਂਘ ਹੈ, ਲਗਨ ਅੰਦਰ ਬਣ ਆਈ ਹੈ। ਕਬੀਰ ਜੀ ਕਹਿੰਦੇ ਨੇ, ਇਹ ਖੇਡ ਹੈ ਬੜੀ ਚੰਗੀ, ਜ਼ਿੰਦਗੀ ਹੈ ਹੀ ਇਹ ਖੇਡ ਖੇਡਣ ਵਾਸਤੇ, ਪਰ ਇਸ ਦੀ ਜੁਗਤ ਸਿੱਖ। ਕਬੀਰ ਜੋ ਤੋਹਿ ਸਾਧ ਪਿਰਮ ਕੀ, ਸੀਸ ਕਾਟ ਕਰ ਗੋਏ। ਗੇਂਦ ਬਣਾ ਲੈ ਇਸ ਸਿਰ ਦੀ, ਤੇ ਗੇਂਦ ਨੂੰ ਜਿੱਧਰ ਰੇੜ ਦੇਵੇ ਕੋਈ ਚਲੀ ਜਾਂਦੀ ਹੈ। ਖੇਡਣ ਵਾਲਾ ਜਿੱਧਰ ਰੇੜੇ ਉੱਧਰ ਜਾਏਗੀ। ਫਿਰ ਉਹ ਪੈਰਾਂ ਨਾਲ ਰੇੜਨ ਵਾਲੀ ਗੇਂਦ ਹੈ ਕਿ ਹਾਕੀ ਨਾਲ ਹੈ ਕਿ ਕਾਹਦੇ ਨਾਲ ਹੈ, ਸੋਟੀ ਨਾਲ ਹੈ, ਪਰ ਖੇਡਣ ਵਾਲੇ ਦੇ ਹੱਥ ਹੈ। ਗੇਂਦ ਦੀ ਆਪਣੀ ਮਰਜ਼ੀ ਕੋਈ ਨਹੀਂ ਹੁੰਦੀ। ਸਿਰ ਵਿੱਚ ਹੰਕਾਰ ਵਸਿਆ ਹੋਵੇ, ਗਰਦਨ ਅਕੜੀ ਹੁੰਦੀ ਏ, ਨਜ਼ਰਾਂ ਉਹ ਤਾਂ ਵੱਲ ਹੁੰਦੀਆਂ ਨੇ, ਇਹਨੂੰ ਕੱਟ ਦੇ। ਆਪਣੀਆਂ ਸੋਚਾਂ ਛੱਡ, ਇਹਨੂੰ ਗੇਂਦ ਬਣਾ ਦੇ ਤੇ ਖਿਡਾਰੀ, ਖੇਡਣ ਵਾਲਾ, ਖਿਡਾਉਣ ਵਾਲਾ ਆਪ ਮਾਲਕ ਹੈ। ਉਸ ਦੀ ਰਜ਼ਾ ਦੀ ਚੋਟ ਜਿੱਧਰ ਲੈ ਜਾਏ, ਗੇਂਦ ਦੀ ਤਰ੍ਹਾਂ ਉਧਰ ਚੱਲ। ਅਹੰਕਾਰ ਲਈ ਕੋਈ ਥਾਂ ਨਹੀਂ। ਮਸਤ ਹੋ ਜਾ ਇਸ ਖੇਡ ਵਿੱਚ। ਜੋ ਸਲੂਕ ਤੇਰੇ ਨਾਲ ਹੁੰਦਾ ਹੈ, ਉਸ ਦੀ ਰਜ਼ਾ ਵਿੱਚ, ਉਸ ਵਿੱਚ ਪ੍ਰਸੰਨ ਹੋਣਾ ਸਿੱਖ ਲੈ। ਗੇਂਦ ਨੇ ਕਦੀ ਹੈਂਕੜ ਥੋੜੀ ਦਿਖਾਈ ਹੈ। ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ। ਜਿਵੇਂ ਨੌਸ਼ਾਈਏ ਫਕੀਰ ਹਾਲ ਖੇਡਦੇ ਨੇ, ਮਸਤ ਹੋ ਜਾਂਦੇ ਨੇ, ਤੂੰ ਮਸਤ ਰਹੋ। ਹਾਲ ਦਾ ਮਤਲਬ ਮਸਤ ਹੋ ਜਾਣਾ। ਮਸਤੀ ਤਾਰੀ ਹੋ ਜਾਏ ਤੇਰੇ ਉੱਪਰ, ਜੋ ਕਿਛ ਹੋਏ ਤਾਂ ਹੋਏ। ਜੋ ਹੁੰਦਾ ਹੈ ਉਹ ਹੋਵੇ, ਤੂੰ ਰਜ਼ਾ ਵਿੱਚ ਚੱਲਣ ਵਾਲਾ ਬਣ ਜਾ। ਪਰ ਤੈਨੂੰ ਇੱਕ ਗੱਲ ਦੱਸਾਂ,
ਇਸ ਅਵਸਥਾ ਤੇ ਪਹੁੰਚਣ ਵਾਸਤੇ ਪੂਰਨ ਤੌਰ ਤੇ ਸਮਰਪਣ ਕਰਨਾ ਪੈਂਦਾ ਹੈ, ਅਧੂਰੀ ਗੱਲ ਨਹੀਂ ਬਣਨੀ। वह सजदा क्या रहे एहसास जिसमें सर उठाने का, वह सजदा क्या रहे एहसास जिसमें सर उठाने का, इबादत और बाकदरे होश तौहीन इबादत है। फिर अपनी मर्जी ਆਪਣੀਆਂ ਹੋਸ਼ਾਂ ਛੱਡ। ਫਿਰ ਭਾਈ ਵੀਰ ਸਿੰਘ ਜੀ ਦਾ ਬਚਨ ਪੱਲੇ ਬੰਨ। ਉਹ ਆਖਣ ਲੱਗੇ ਜਿਹੜੀ ਆਪਣੀ ਹੋਸ਼ ਅਸੀਂ ਆਖਨੇ ਆ, ਇਸ ਵਿੱਚ ਸਿਵਾਏ ਚਤਰਾਈਆਂ ਦੇ ਕੁਛ ਨਹੀਂ। ਕੀ ਹੋਇਆ ਤੇ ਕਿੱਕੂ ਹੋਇਆ, ਖੱਪ ਖੱਪ ਮੂਹੇ ਸਿਆਣੇ। ਉਸੇ ਰਾਹ ਪਵੇਂ ਕਿਉਂ ਜਿੰਦੇ, ਜਿਸ ਰਾਹ ਪੂਰ ਮੁਹਾਣੇ। ਪੂਰਾਂ ਦੇ ਪੂਰ ਗਰਕ ਹੋ ਗਏ, ਉਸੇ ਰਾਹ ਕਿਉਂ ਚੱਲਦੀ ਏ ਮੇਰੀ ਜਿੰਦ। ਸਮਝ ਕੀ ਹੋਇਆ ਤੇ ਕਿੱਕੂ ਹੋਇਆ, ਖੱਪ ਖੱਪ ਮੂਹੇ ਸਿਆਣੇ। ਉਸੇ ਰਾਹ ਪਵੇਂ ਕਿਉਂ ਜਿੰਦੇ, ਜਿਸ ਰਾਹ ਪੂਰ ਮੁਹਾਣੇ। ਭਟਕਣ ਛੱਡ ਲਟਕ ਲਾ ਇੱਕੋ, ਖੀਵੀ ਰਹੋ ਸੁਖ ਮਾਣੀ। ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ। ਇਸ ਮਸਤੀ ਨੂੰ ਮੰਨਣਾ ਹੀ ਤੇ ਚਤਰਾਈਆਂ ਛੱਡ ਨਿਮਰਤਾ ਵਿੱਚ ਆ ਪੂਰਨ ਤੌਰ ਤੇ ਸਮਰਪਿਤ ਹੋ ਜਾ। ਕਬੀਰ ਜੀ ਨੇ ਇਸ ਲਈ ਦੂਜੇ ਸ਼ਲੋਕ ਵਿੱਚ ਇਸ ਸੰਬੰਧੀ ਫਰਮਾਇਆ, ਕਬੀਰ ਜੋ ਤੋਹਿ ਸਾਧ ਪਿਰਮ ਕੀ, ਪਾਕੇ ਸੇਤੀ ਖੇਲ। ਪੂਰਨ ਤੌਰ ਤੇ ਸਿਦਕੀ ਬਣ ਕੇ, ਪੱਕੇ ਸਿਦਕ ਵਾਲਾ ਬਣ ਕੇ ਖੇਡ ਖੇਡੀ ਜਾਣੀ ਹੈ, ਜੇ ਤੈਨੂੰ ਹੈ ਖੇਡਣ ਦੀ ਸਿੱਖ। ਪੂਰੇ ਸਤਿਗੁਰੂ ਦੀ ਚਰਨ ਸਰਣ ਪੈ ਤੇ ਪੂਰਾ ਹੋਵੇ ਤੇਰਾ ਸਿਦਕ। ਹਜ਼ਰਤ ਸੁਲਤਾਨ ਬਾਹੂ ਨੇ ਲਿਖਿਆ ਹੈ, ਉਹ ਕਹਿੰਦੇ ਨੇ ਸਾਬਤ ਸਿਦਕ ਤੇ ਕਦਮ ਅਗੇਰੇ। ਫਿਰ ਪਿਛਾਂ ਪਰਤਣ ਦਾ ਸਵਾਲ ਨਹੀਂ। ਭੌਰੇ ਕਦੀ ਕਮਲ ਦੇ ਫੁੱਲ ਨੂੰ ਬੰਦ ਹੁੰਦਿਆਂ ਦੇਖ ਪਿੱਛੇ ਨੂੰ ਆਏ ਨੇ। ਪਤੰਗਾ ਕਦੀ ਲਾਟ ਤੋਂ ਪਿਛਾਂ ਪਰਤਿਆ ਹੈ, ਨਹੀਂ। ਸਾਬਤ ਸਿਦਕ ਤੇ ਕਦਮ ਅਗੇਰੇ, ਤਾਂ ਹੀ ਰੱਬ ਲਭੀਵੇ ਹੂ। ਰੱਬ ਤਾਂ ਲੱਭਦਾ ਹੀ, ਤਾਂ ਹੀ ਰੱਬ ਲਭੀਵੇ ਹੂ। ਲੂ ਲੂ ਦੇ ਵਿੱਚ ਜ਼ਿਕਰ ਅੱਲਾਹ ਦਾ ਹਰ ਦਮ ਪਿਆ ਪੜੀਵੇ ਹੂ। ਤੇਰਾ ਰੋਆਂ ਰੋਆਂ ਉਸ ਦੀ ਬੰਦਗੀ ਵੱਲ ਲੱਗ ਜਾਏ। ਜ਼ਾਹਿਰ ਬਾਤਨ ਐਨ ਸਿਆਣੀ, ਹੂ ਹੂ ਪਿਆ ਸੁਣੀਵੇ ਹੂ। ਨਾਮ ਫਕੀਰ ਤਿਨਾਂ ਦਾ ਬਾਹੂ, ਕਬਰ ਜਿਨ੍ਹਾਂ ਦੀ ਜੀਵੇ ਹੂ। ਲੋਕ ਸਾਹ ਲੈਂਦੇ ਵੀ ਮੁਰਦੇ ਬਣੇ ਪਏ ਨੇ, ਸਾਧੂ ਦੁਨੀਆ ਤੋਂ ਤੁਰ ਵੀ ਜਾਂਦਾ ਹੈ, ਉਹਦੀ ਕਬਰ ਵੀ ਜ਼ਿੰਦਾ ਰਹਿ ਜਾਂਦੀ। ਲੋਕ ਝੁਕ ਜਾਂਦੇ ਨੇ। ਕੋਈ ਕਬਰਾਂ ਦੀ ਪੂਜਾ ਦਾ ਉਪਦੇਸ਼ ਨਹੀਂ ਦੇ ਰਿਹਾ, ਪਰ ਇੱਕ ਇਤਿਹਾਸ ਵਿੱਚ ਜ਼ਿੰਦਾ ਹੋ ਜਾਂਦੇ ਨੇ ਉਹ ਲੋਕ। ਕਬੀਰ ਜੀ ਕਹਿੰਦੇ ਨੇ, ਮੈਂ ਚੇਤਾਵਨੀ ਦੇਣੀ ਚਾਹੁੰਦਾ ਹਾਂ। ਕਬੀਰ ਜੋ ਤੋਹਿ ਸਾਧ ਪਿਰਮ ਕੀ, ਪਾਕੇ ਸੇਤੀ ਖੇਲ। ਪੂਰੇ ਗੁਰੂ ਦੀ ਸ਼ਰਨ ਪੈ ਕੇ ਪੂਰਨ ਸਿਦਕ ਨਾਲ ਇਹ ਖੇਡ ਖੇਡੀ ਤੇ ਯਾਦ ਰੱਖੀ, ਕਾਚੀ ਸਰਸੋਂ ਪੇਲ ਕੈ, ਨਾ ਖਲ ਭਈ ਨਾ ਤੇਲ। ਜੇ ਸਰੋਂ ਅਜੇ ਪੱਕੀ ਨਾ ਹੋਵੇ ਤੇ ਉਸ ਨੂੰ ਪੀੜਨ ਲੱਗ ਪਵੇਂ, ਨਾ ਮਿੱਤਰਾ ਤੇਲ ਮਿਲਣਾ ਹੀ ਤੇ ਨਾ ਖਲ ਬਣਨੀ ਹੈ। ਤੇਰੀ ਮਿਹਨਤ ਬੇਕਾਰ ਹੋਵੇਗੀ। ਦੇਖੀ ਤੇਰਾ ਸਿਦਕ ਵੀ ਕੱਚਾ ਨਾ ਹੋਵੇ ਤੇ ਗੁਰੂ ਵੀ ਕੱਚਾ ਨਾ ਹੋਵੇ। ਪੂਰੇ ਗੁਰੂ ਦੀ ਸ਼ਰਨ ਤੇ ਪੂਰਾ ਸਿਦਕ। ਜੇ ਗੁਰੂ ਪੂਰਾ ਹੈ, ਸਿਦਕ ਪੂਰਾ ਨਾ ਹੋਇਆ, ਗੱਲ ਤਾਂ ਵੀ ਨਹੀਂ ਬਣਦੀ। ਸ਼ਰਧਾ ਵਿਸ਼ਵਾਸ ਪੂਰਨ ਬਣਾ, ਫਿਰ ਹੀ ਗੁਰੂ ਦੀ ਰਜ਼ਾ ਵਿੱਚ, ਗੁਰੂ ਦੀ ਆਗਿਆ ਵਿੱਚ ਚੱਲ ਸਕੇਗਾ। ਸਿਦਕ ਪੂਰਾ ਹੋਇਆ, ਖਲ ਵੀ ਬਣੇਗੀ, ਤੇਲ ਵੀ ਬਣੇਗਾ, ਸੰਸਾਰ ਵੀ ਨਿਭਾ ਲਏਗਾ, ਨਿਰੰਕਾਰ ਦੇ ਪਾਸੇ ਵੀ ਪ੍ਰਵਾਨ ਚੜ ਜਾਏਗਾ। ਜੇ ਸਰੋਂ ਕੱਚੀ ਹੋਈ, ਕਾਚੀ ਸਰਸੋਂ ਪੇਲ ਕੈ, ਨਾ ਖਲ ਭਈ ਨਾ ਤੇਲ। ਕਿਧਰੇ ਐਸਾ ਨਾ ਹੋ ਜਾਵੇ। ਜੇ ਪ੍ਰਭੂ ਪਿਆਰ ਦੀ ਖੇਡ ਖੇਡਣੀ ਹੈ, ਪੂਰੇ ਗੁਰੂ ਦਾ ਪੱਲਾ ਪਕੜ ਤੇ ਪੂਰਾ ਸਿਦਕ ਬਣਾ ਕੇ ਚੱਲ।
ਭਗਤ ਕਬੀਰ ਜੀ ਨੇ ਇਸ ਤੋਂ ਅਗਾਂਹ ਦੇ 2 ਸ਼ਲੋਕਾਂ ਵਿੱਚ 2 ਹੋਰ ਭਗਤਾਂ ਦਾ ਉਪਦੇਸ਼ ਆਪਣੇ ਬਚਨਾਂ ਰਾਹੀਂ ਸਾਡੇ ਸਾਹਮਣੇ ਰੱਖਿਆ ਹੈ। ਪਹਿਲਾ ਜ਼ਿਕਰ ਹੈ ਨਾਮਦੇਵ ਜੀ ਦਾ, ਦੂਸਰਾ ਹੈ ਭਗਤ ਰਵਿਦਾਸ ਜੀ ਦਾ। 241ਵੇਂ ਸ਼ਲੋਕ ਅੰਦਰ ਕਬੀਰ ਸਾਹਿਬ ਕਹਿੰਦੇ ਨੇ, ਢੂੰਡਤ ਡੋਲਹਿ ਅੰਧ ਗਤ ਅਰ ਚੀਨਤ ਨਾਹੀ ਸੰਤ, ਕਹਿ ਨਾਮਾ ਕਿਉਂ ਪਾਈਐ ਬਿਨ ਭਗਤਹੁ ਭਗਵੰਤ। ਭਗਤੀ ਕਰਨ ਵਾਲੇ ਬੰਦਿਆਂ ਦੀ ਸੰਗਤ ਬਿਨਾਂ ਪਰਮਾਤਮਾ ਨਹੀਂ ਮਿਲਣਾ। ਜਿਹੜੇ ਆਦਮੀ ਭਾਲ ਤਾਂ ਕਰਦੇ ਨੇ, ਖੋਜ ਰਹੇ ਨੇ ਰੱਬ ਮਿਲ ਜਾਏ, ਢੂੰਡਤ ਡੋਲਹਿ ਅੰਧ ਗਤ, ਲੇਕਿਨ ਅੰਧੇ ਦੀ ਨਿਆਈ ਟਟੋਲਦੇ ਫਿਰਦੇ ਨੇ, ਕਦੀ ਇੱਧਰ ਕਦੀ ਉੱਧਰ ਭਟਕਦੇ ਫਿਰਦੇ ਨੇ। ਰਸਤੇ ਦਾ ਪਤਾ ਨਹੀਂ, ਰਸਤਾ ਦਿਖਾਈ ਨਹੀਂ ਦਿੰਦਾ। ਦਿਸਣ ਵਾਲਾ ਜਿਹੜਾ ਹੈ ਉਹ ਦਿਖਾਈ ਨਹੀਂ ਦਿੰਦਾ, ਦਿਖਾਉਣ ਵਾਲੇ ਦਾ ਪੱਲਾ ਨਹੀਂ ਪਕੜਿਆ। ਅੱਖਾਂ ਖਰਾਬ ਨੇ, ਸੁਭਾਵਕ ਹੈ ਡੋਲਦੇ ਫਿਰਨਾ ਹੋਏਗਾ। ਬੜੀ ਦੁਨੀਆ ਪ੍ਰਮਾਤਮਾ ਦੇ ਨਾਮ ਤੇ ਵੀ ਤਲਾਸ਼ ਵਿੱਚ ਭਟਕਦੀ ਫਿਰਦੀ ਹੈ। ਜੰਗਲਾਂ ਨੂੰ ਜਾਏ ਕਿ ਪਹਾੜਾਂ ਨੂੰ ਜਾਏ ਕਿ ਤੀਰਥਾਂ ਨੂੰ ਜਾਏ, ਇਸ ਦਾ ਕੋਈ ਫਰਕ ਨਹੀਂ। ਜਿਸ ਨੇ ਅੰਦਰ ਨਾ ਡਿੱਠਾ ਉਹਨੂੰ ਬਾਹਰ ਵੀ ਨਹੀਂ ਮਿਲੇਗਾ। ਕਬੀਰ ਜੀ ਕਹਿੰਦੇ ਨੇ, ਨਾਮਦੇਵ ਜੀ ਨੇ ਠੀਕ ਉਪਦੇਸ਼ ਦਿੱਤਾ ਹੈ ਕਿ ਅੰਧੇ ਦੀ ਨਿਆਈ ਲੋਕ ਢੂੰਡਦੇ ਫਿਰਦੇ ਭਟਕਦੇ ਨੇ, ਔਰ ਚੀਨਤ ਨਾਹੀ ਸੰਤ। ਚੀਨਣਾ ਹੁੰਦਾ ਹੈ ਦੇਖਣਾ, ਪਛਾਨਣਾ, ਚੀਨਤ ਨਾਹੀ ਸੰਤ। ਭਗਤ ਜਨਾਂ ਦੀ ਪਹਿਚਾਣ ਨਹੀਂ ਕਰਦੇ, ਪੇਖੀਆਂ ਦੇ ਪਿੱਛੇ ਭਟਕ ਜਾਂਦੇ ਨੇ। ਕਹਿ ਨਾਮਾ ਕਿਉਂ ਪਾਈਐ ਬਿਨ ਭਗਤਹੁ ਭਗਵੰਤ। ਨਾਮਦੇਵ ਜੀ ਨੇ ਠੀਕ ਆਖਿਆ ਹੈ। ਨਾਮਦੇਵ ਜੀ ਕਹਿੰਦੇ ਨੇ, ਭਗਤਾਂ ਬਿਨ ਭਗਵਾਨ ਨਹੀਂ ਮਿਲਦਾ। ਭਗਤੀ ਕਰਨ ਵਾਲੇ ਬੰਦਿਆਂ ਦੀ ਸੰਗਤ ਬੜੀ ਲਾਜ਼ਮੀ ਹੈ। ਕਬੀਰ ਜੀ ਕਹਿੰਦੇ ਨੇ, ਨਾਮਦੇਵ ਜੀ ਦਾ ਇਹ ਉਪਦੇਸ਼ ਹੈ, ਕਬੀਰ ਜੀ ਦਾ ਵੀ ਹੈ ਉਪਦੇਸ਼ ਇਹੀ। ਦੂਜਾ ਹਵਾਲਾ ਉਹਨਾਂ ਨੇ ਭਗਤ ਰਵਿਦਾਸ ਜੀ ਦੇ ਉਪਦੇਸ਼ ਦਾ ਦਿੱਤਾ। ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੋਜ਼ਕ ਜਾਹੇਂਗੇ ਸਤ ਭਾਖੈ ਰਵਿਦਾਸ। ਸਾਰੇ ਸੁੱਖ ਪ੍ਰਭੂ ਨਾਮ ਦੇ ਹੀਰੇ ਦੇ ਅੰਦਰ ਨੇ। ਜਿਸ ਤੂੰ ਆਵਹਿ ਚਿੱਤ ਤਿਸਨੋ ਸਦਾ ਸੁਖ, ਜਿਸ ਤੂੰ ਆਵਹਿ ਚਿੱਤ ਤਿਸ ਜਮ ਨਾਹਿ ਦੁੱਖ। ਪਰ ਕੋਈ ਜੁੜੇ ਤਾਂ ਸਹੀ। ਪਹਿਲੀ ਤੇ ਗੱਲ ਹੈ ਭਗਤਾਂ ਦੀ ਸੰਗਤ ਕਰੇ, ਉਸ ਸੰਗਤ ਵਿੱਚੋਂ ਨਾਮ ਦੀ ਰੰਗਤ ਚੜ੍ਹੇਗੀ। ਬੰਦਗੀ ਵਾਨਾਂ ਦਾ ਸੰਗ ਕਰੇ। ਕਬੀਰ ਜੀ ਦੇ ਕਬੀਰ ਬੀਜਕ ਗ੍ਰੰਥ ਵਿੱਚ ਜਿਹੜੇ ਬਚਨ ਨੇ, ਉਹਨਾਂ ਵਿੱਚ ਇੱਕ ਸ਼ਲੋਕ ਹੈ ਹਰੀ ਪਿਆਰਿਆਂ ਦੀ ਸੰਗਤ ਦੇ ਸੰਬੰਧ ਵਿੱਚ। ਉਹ ਕਹਿੰਦੇ ਨੇ, ਰੱਬ ਨਾਲ ਪਿਆਰ ਕਰ, ਪਰ ਰੱਬ ਦੇ ਪਿਆਰਿਆਂ ਨਾਲ ਵੀ ਪਿਆਰ ਵਧੇਰੇ ਕਰ। ਕਿਸੇ ਪੁੱਛਿਆ ਹੋਵੇਗਾ ਕਾਰਨ, ਉਹ ਆਖਣ ਲੱਗੇ, ਜਦੋਂ ਹਰੀ ਨਾਲ ਪਿਆਰ ਕਰੇਗਾ ਦਾਤਾਂ ਦੀ ਕਮੀ ਨਹੀਂ ਰਹੇਗੀ। ਇਹ ਸੱਚ ਹੈ। ਨਾ ਉਸ ਦੇ ਦਰ ਕਮੀ ਹੈ, ਨਾ ਕੰਜੂਸੀ ਹੈ, ਨਾ ਕੋਈ ਕਮਜ਼ੋਰੀ ਹੈ। ਸਭ ਖਜ਼ਾਨੇ ਮਿਲਣਗੇ, ਮੈਂ ਮੰਨਦਾ ਹਾਂ। ਪਰ ਜਿਹੜੇ ਹਰੀ ਦੇ ਜਨ ਨੇ, ਹਰੀ ਉਹਨਾਂ ਪਾਸੋਂ ਮਿਲਣਾ ਹੀ। ਜੁਗਤ ਬਿਨ ਜਾਚ ਬਿਨ ਮਾਰਗ ਦੀ ਸਮਝ ਬਿਨ ਚੱਲਿਆ ਨਹੀਂ ਜਾਣਾ। ਉਹਨਾਂ ਦੇ ਬਚਨ ਨੇ, ਹਰ ਸੇ ਤੂੰ ਜਨ ਹੇਤ ਕਰ। ਰੱਬ ਨਾਲ ਬੰਦਿਆ ਪਿਆਰ ਬਣਾ। ਹਰ ਸੇ ਤੂੰ ਜਨ ਹੇਤ ਕਰ, ਤੇ ਅੱਗੇ ਕਹਿਣ ਲੱਗੇ, ਕਰ ਹਰ ਜਨ ਸੇ ਹੇਤ। ਰੱਬ ਦੇ ਪਿਆਰਿਆਂ ਨਾਲ ਹਿੱਤ ਪਿਆਰ ਬਣਾ ਲੈ ਜਿੰਨਾ ਬਣ ਸਕੇ। ਅਗਾਂਹ ਉਹਨਾਂ ਨੇ ਇਸ ਦਾ ਪਿਛੋਕੜ ਵੀ ਸਮਝਾਇਆ ਕਿ ਇਹਦੇ ਪਿੱਛੇ ਰਮਜ਼ ਕੀ ਹੈ, ਕਿਉਂ ਆਖਣਾ। ਕਹਿਣ ਲੱਗੇ, ਮਾਲ ਮੁਲਕ ਹਰ ਦੇਤ ਹੈ, ਹਰ ਜਨ ਹਰ ਹੀ ਦੇਤ।
ਹਰੀ ਦਾ ਪਿਆਰਾ ਹਰੀ ਤੱਕ ਪਹੁੰਚਾ ਦਿੰਦਾ ਹੈ ਤੇ ਹਰੀ ਸਭ ਦਾਤਾਂ ਬਖਸ਼ਦਾ ਹੈ। ਨਾਮਦੇਵ ਜੀ ਦਾ ਇਸ ਪੱਖ ਤੋਂ ਉਪਦੇਸ਼ ਇਹੀ ਸੀ ਜੋ ਕਬੀਰ ਜੀ ਨੇ 241ਵੇਂ ਸ਼ਲੋਕ ਵਿੱਚ ਦਿੱਤਾ, ਕਹਿ ਨਾਮਾ ਕਿਉਂ ਪਾਈਐ ਬਿਨ ਭਗਤੋਂ ਭਗਵੰਤ। ਭਗਵੰਤ ਮਿਲ ਗਿਆ, ਪਰਮਾਤਮਾ ਮਿਲ ਗਿਆ, ਅਮੋਲਕ ਹੀਰਾ ਹੈ, ਮਾਲ ਮੁਲਕ ਹਰ ਦੇਤ ਹੈ, ਕੋਈ ਕਮੀ ਨਹੀਂ। ਉਸ ਦਾ ਨਾਮ ਹੀਰਾ ਹੈ, ਜਿਸ ਦੇ ਪੱਲੇ ਪੈ ਗਿਆ ਸਾਰੇ ਸੁੱਖ ਮਿਲ ਜਾਣਗੇ। ਭਗਤ ਰਵਿਦਾਸ ਜੀ ਕਹਿੰਦੇ ਨੇ, ਜੇ ਕੋਈ ਬੰਦਾ ਹਰੀ ਨਾਮ ਦਾ ਹੀਰਾ ਛੱਡ ਕੇ ਤੇ ਹੋਰ ਥਾਵਾਂ ਤੋਂ ਸੁੱਖਾਂ ਦੀ ਆਸ ਰੱਖੇ, ਹਰ ਸੋ ਹੀਰਾ ਛੱਡ ਕੇ ਕਰਹਿ ਆਨ ਕੀ ਆਸ। ਜਿਹੜੇ ਬੰਦੇ ਐਸੀ ਆਸ ਕਰਦੇ ਨੇ, ਰੱਖਦੇ ਨੇ, ਤੇ ਨਰ ਦੋਜ਼ਕ ਜਾਹੇਂਗੇ ਸੱਚ ਭਖ ਹੈ ਰਵਿਦਾਸ। ਰਵਿਦਾਸ ਜੀ ਨੇ ਬਿਲਕੁਲ ਸੱਤ ਆਖਿਆ। ਕਬੀਰ ਸਾਹਿਬ ਕਹਿੰਦੇ ਨੇ ਸੱਚ ਭਖ ਹੈ ਰਵਿਦਾਸ। ਰਵਿਦਾਸ ਜੀ ਨੇ ਇਹ ਸੱਚ ਆਖਿਆ ਹੈ ਕਿ ਜਿਹੜੇ ਹਰੀ ਹੀਰੇ ਨੂੰ ਛੱਡ ਕੇ, ਨਾਮ ਦਾ ਸਹਾਰਾ ਛੱਡ ਕੇ ਹੋਰ ਆਸਾਂ ਤੱਕਦੇ ਫਿਰਨਗੇ, ਉਹ ਬੰਦੇ ਦੋਜ਼ਕ ਨੂੰ ਜਾਣਗੇ, ਸੁੱਖ ਨਹੀਂ ਪਾ ਸਕਣਗੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਐਸੀ ਹੀ ਗਵਾਹੀ ਦਿੱਤੀ ਹੈ। ਕਹਿਣ ਲੱਗੇ, ਸਭੇ ਦੁੱਖ ਸੰਤਾਪ ਜੇ ਤੁਧੋਂ ਭੁੱਲੀਐ। ਸਭੇ ਦੁੱਖ ਸੰਤਾਪ ਜੇ ਤੁਧੋਂ ਭੁੱਲੀਐ, ਜੇ ਕੀਚਨ ਲੱਖ ਉਪਾਵ ਤਾਂ ਕਹੀਂ ਨਾ ਭੁੱਲੀਐ। ਕਿਸੇ ਅਰਥ ਨਹੀਂ ਆਉਂਦੇ। ਜਿਸਨੋਂ ਵਿਸਰੈ ਨਾਉ ਸੋ ਨਿਰਦਨ ਕਾਂਢੀਐ, ਜਿਸਨੋਂ ਵਿਸਰੈ ਨਾਉ ਸੋ ਜੋਨੀ ਹਾਂਢੀਐ। ਜਿਸ ਖਸਮ ਨਾ ਆਵੈ ਚਿੱਤ ਤਿਸ ਜਮ ਡੰਡ ਦੇ, ਤੇ ਨਰ ਦੋਜ਼ਕ ਜਾਹੇਂਗੇ ਸੱਤ ਭਖ ਹੈ ਰਵਿਦਾਸ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਖਸਮ ਨਾ ਆਵੈ ਚਿੱਤ ਤਿਸ ਜਮ ਡੰਡ ਦੇ, ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ। ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ, ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ। ਤੇ ਨਰ ਦੋਜ਼ਕ ਜਾਹੇਂਗੇ ਸੱਤ ਭਖ ਹੈ ਰਵਿਦਾਸ। ਕਬੀਰ ਜੀ ਨੇ ਇਹ ਦੋ ਸ਼ਲੋਕ, ਇੱਕ ਭਗਤ ਨਾਮਦੇਵ ਜੀ ਦਾ ਉਪਦੇਸ਼ ਦ੍ਰਿੜ ਕਰਵਾਉਣ ਲਈ, ਦੂਜਾ ਭਗਤ ਰਵਿਦਾਸ ਜੀ ਦਾ ਉਪਦੇਸ਼ ਸਾਨੂੰ ਦਰਸਾਉਣ ਲਈ। ਸਭੀ ਸਿਆਣੇ ਏਕ ਮਤ। ਇਸ ਸਿਧਾਂਤ ਮੁਤਾਬਕ ਇਹ ਦੋ ਸ਼ਲੋਕ ਉਚਾਰਨ ਕੀਤੇ ਨੇ। ਸ਼ਲੋਕ ਭਗਤ ਕਬੀਰ ਜੀਓ ਕੇ ਦੇ ਸਿਰਲੇਖ ਹੇਠ ਜੋ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਕਿਤ ਨੇ, ਤਿਨਾਂ ਵਿੱਚੋਂ ਆਖਰੀ ਤੇ 243ਵਾਂ ਸ਼ਲੋਕ ਹੈ, ਕਬੀਰ ਜੋ ਗ੍ਰਹਿ ਕਰਹਿ ਤਾਂ ਧਰਮ ਕਰ, ਨਾਹੀਂ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੈ ਤਾ ਕੋ ਵੱਡੋ ਅਭਾਗ। ਕਬੀਰ ਜੀ ਕਹਿੰਦੇ ਨੇ, ਜੇ ਤਾਂ ਬਣਦਾ ਹੈ ਗ੍ਰਸਤੀ, ਘਰ-ਬਾਰ ਵਿੱਚ ਰਹਿਣਾ। ਦੇਖੋ ਇੱਥੇ ਵੀ ਕਬੀਰ ਜੀ ਨੇ ਪਹਿਲ ਗ੍ਰਸਤੀ ਨੂੰ ਹੀ ਦਿੱਤੀ ਹੈ, ਬੈਰਾਗੀ ਨੂੰ ਨੰਬਰ 2 ਤੇ ਲਿਆਂਦਾ ਹੈ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਫਿਰ ਤੂੰ ਧਰਮੀ ਬੰਦਾ ਬਣ। ਜੋ ਗ੍ਰਸਤੀ ਜੀਵਨ ਦੇ ਕੰਮ ਹਨ, ਫਰਜ਼ ਹਨ, ਜ਼ਿੰਮੇਵਾਰੀਆਂ ਹਨ, ਉਹਨਾਂ ਨੂੰ ਨਿਭਾ। ਤੇ ਇੱਕ ਇਨਸਾਨ ਹੋਣ ਦੇ ਨਾਤੇ ਤੇਰੀ ਪਹਿਲੀ ਜ਼ਿੰਮੇਵਾਰੀ ਹੈ ਕਿ ਜਿਸ ਮਕਸਦ ਲਈ ਇਹ ਸਰੀਰ ਮਿਲਿਆ, ਪ੍ਰਭੂ ਮਿਲਾਪ ਦਾ ਰਾਹ ਆਪਣਾ। ਜੋ ਘਰ-ਬਾਰ ਪਰਿਵਾਰ ਹੈ, ਪ੍ਰਭੂ ਦੀ ਦਾਤ ਜਾਣ। ਤਿਨਾਂ ਵਿੱਚ ਵਿਚਰ, ਪਰ ਲਗਾਓ ਨਾ ਬਣਾਈ, ਪਕੜ ਨਾ ਬਣਾ ਲਈ ਕਿ ਤੂੰ ਮਾਲਕ ਹੈ। ਧਰਮ ਇਹੀ ਹੈ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਕਿਰਤ ਕਰ, ਉਦਮੀ ਬਣ, ਕਿਸੇ ਨਾਲ ਨਫ਼ਰਤ ਨਾ ਕਰ, ਮੋਹ ਦੀ ਦੀਵਾਰ ਨਾ ਖੜੀ ਕਰੀ। ਇਸ ਦੇ ਪ੍ਰਭਾਵ ਤੋਂ ਬਚੀ। ਪਦਾਰਥਾਂ ਵਿੱਚ ਰਹੋ, ਪਰ ਪਦਾਰਥਾਂ ਤੇ ਤੇਰਾ ਦਾਵਾ ਨਾ ਹੋਵੇ। ਤੂੰ ਜ਼ਿੰਮੇਵਾਰੀਆਂ ਨਿਭਾਉਣ ਵਾਲਾ ਗ੍ਰਸਤੀ ਹੋਵੇਂ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ।
ਜੇ ਜ਼ਿੰਮੇਵਾਰੀਆਂ ਨਿਭਾਉਣ ਜੋਗਾ ਨਹੀਂ ਤੇ ਫਿਰ ਬੈਰਾਗ ਕਰ ਲੈ, ਜਿਹਨੂੰ ਲੋਕ ਬੈਰਾਗ ਆਖਦੇ ਨੇ, ਤਿਆਗ। ਘੱਟ ਤੋਂ ਘੱਟ ਇਹ ਤਾਂ ਨਹੀਂ ਹੋਵੇਗਾ ਕਿ 4 ਬੱਚੇ ਪੈਦਾ ਕਰ ਲਏ ਨੇ ਤੇ ਸੰਭਾਲਣ ਦੀ ਜ਼ਿੰਮੇਵਾਰੀ ਤੋਂ ਭਗੌੜਾ ਹੋਵੇ, ਗ੍ਰਸਤੀ ਨਾ ਬਣ। ਫਿਰ ਇਹ ਨੰਬਰ 2 ਤੇ ਹੈ ਕਿ ਇੰਨੀ ਜੋਗਾ ਨਹੀਂ ਕਿ ਜ਼ਿੰਮੇਵਾਰੀਆਂ ਨਿਭਾ ਸਕੇ। ਨਹੀਂ ਨਿਭਾ ਸਕਿਆ ਫਿਰ ਤੂੰ ਤਿਆਗੀ ਬਣ ਗਿਆ। ਤੇ ਜੇ ਤਿਆਗੀ ਬਣ ਕੇ ਵੀ ਬੰਧਨ ਹੀ ਪਾਉਣੇ ਨੇ, ਕਬੀਰ ਜੀ ਦੀ ਚੋਟ ਬੜੀ ਗਹਿਰੀ ਹੈ। ਘਰ-ਬਾਰ ਤਾਂ ਛੱਡ ਗਏ, ਮਿਹਨਤ ਕਰਕੇ ਘਰ ਬਣਾਉਣਾ ਸੀ, ਬੜੀ ਮਸ਼ੱਕਤ ਕਰਨੀ ਪੈਣੀ ਸੀ। 4 ਚੇਲੇ ਮਿਲ ਗਏ, ਅਗਾਂਹ ਭੀੜ ਇਕੱਠੀ ਹੋਣ ਲੱਗ ਪਈ। ਜਿਹੜਾ ਘਰ ਨਹੀਂ ਸੀ ਬਣਾ ਸਕਦਾ ਉਹ 50-50 ਡੇਰੇ ਬਣਾ ਕੇ ਬੈਠ ਗਿਆ। ਇਹ ਮੇਰਾ ਡੇਰਾ ਹੈ ਤੇ ਦੂਜੇ ਨਾਲੋਂ ਵੱਡਾ ਹੋਣਾ ਚਾਹੀਦਾ ਹੈ, ਚੇਲੇ ਵੀ ਮੇਰੇ ਵੱਧ ਹੋਣੇ ਚਾਹੀਦੇ ਨੇ। ਬੰਧਨ ਫਿਰ ਵੀ ਬਣਾ ਲਿਆ। ਸਵਾਲ ਤਾਂ ਅਸਲੀ ਬੰਧਨ ਤੋਂ ਮੁਕਤ ਹੋਣ ਦਾ ਸੀ। ਗ੍ਰਸਤੀ ਹੈ, ਧਰਮੀ ਹੋਵੇਗਾ ਤੇ ਬੰਧਨ ਨਹੀਂ ਬਣਨ ਦੇਵੇਗਾ। ਤੈਨੂੰ ਪਤਾ ਹੋਵੇਗਾ ਕਿ ਇਹ ਕੋਠੇ ਮੰਡਪ ਮਾੜੀਆਂ ਨੇ ਨਾਲ ਨਹੀਂ ਜਾਣਾ। ਐਵੇਂ ਝੂਠੇ ਦਾਅਵੇ ਕਰਨੇ ਠੀਕ ਨਹੀਂ। ਤੇ ਜੇ ਤੂੰ ਤਿਆਗੀ ਬਣ ਕੇ ਸੰਸਾਰ ਵਿੱਚ ਵਿਚਰਨਾ ਹੈ ਤੇ ਫਿਰ ਜੰਜਾਲ ਹੀ ਸਹੇੜ ਲੈਣਾ ਹੈ। ਬੱਚੇ ਨਹੀਂ ਤੇ ਚੇਲੇ ਸਹੀ, ਘਰ ਨਹੀਂ ਤੇ ਡੇਰੇ ਦਾ ਮਾਲਕ ਸਹੀ। ਇਹ ਤਾਂ ਗੱਲ ਨਾ ਹੋਈ। ਕਬੀਰ ਜੀ ਦਾ ਫੈਸਲਾ ਸੁਣ ਲਵੋ, ਬੈਰਾਗੀ ਬੰਧਨ ਕਰੈ ਤਾਕੋ ਵੱਡੋ ਅਭਾਗ। ਹੈ ਤਾਂ ਗ੍ਰਸਤ ਵਿੱਚ ਰਹਿ ਕੇ ਵੀ ਜਿਹੜਾ ਧਰਮ ਨਾ ਕਮਾਵੇ, ਚੰਗੇ ਭਾਗ ਤਾਂ ਉਸਦੇ ਵੀ ਨਹੀਂ, ਪਰ ਬਹੁਤਾ ਮੰਦੇ ਭਾਗਾਂ ਵਾਲਾ ਉਹ ਸਾਧ ਖਵਾਉਣ ਵਾਲਾ ਤਿਆਗੀ ਬੈਰਾਗੀ ਹੈ, ਜਿਹੜਾ ਫਿਰ ਵੀ ਬੰਧਨਾਂ ਵਿੱਚ ਪਿਆ ਹੋਇਆ ਹੈ। ਬੈਰਾਗੀ ਵੀ ਸਦਵਾਉਂਦਾ ਹੈ, ਜੰਜਾਲ ਵੀ ਮਾਇਆ ਦਾ ਸਹੇੜੀ ਬੈਠਾ ਹੈ, ਉਹ ਤਾਂ ਕਿਸੇ ਥਾਂ ਜੋਗਾ ਨਾ ਰਿਹਾ। ਤਿਆਗੀ ਬਣ ਕੇ ਜਿਹੜਾ ਮਨੁੱਖ ਨਾਲ ਨਾਲ ਮਾਇਆ ਦੇ ਜੰਜਾਲ ਨੂੰ ਸਹੇੜਦਾ, ਉਸ ਦੀ ਸਭ ਤੋਂ ਮਾੜੀ ਕਿਸਮਤ ਹੈ, ਉਹ ਬੜੀ ਬਦਕਿਸਮਤੀ ਵਾਲਾ ਹੈ। ਵਾਹਿਗੁਰੂ ਜੀ ਕਿਰਪਾ ਕਰਨ ਕਿ ਅਸੀਂ ਇਸ ਪੱਖ ਤੋਂ ਸਾਵਧਾਨ ਹੋਈਏ। ਬਾਬੇ ਨਾਨਕ ਦਾ ਰਾਹ ਗ੍ਰਸਤੀ ਦਾ ਮਾਰਗ ਹੈ। ਗ੍ਰਸਤ ਵਿੱਚ ਰਹੀਏ ਔਰ ਧਰਮ ਨੂੰ ਨਿਭਾਈਏ। ਦੌਲਤ ਦੀ ਗ੍ਰਸਤੀ ਨੂੰ ਜ਼ਰੂਰਤ ਹੈ। ਦੌਲਤ ਕਮਾਓ, ਨੇਕੀ ਦੇ ਰਾਹ ਚੱਲ ਕੇ ਕਮਾਓ। ਦੌਲਤ ਦੇ ਸੁੱਖ ਲਓ, ਪਰ ਨੇਕੀ ਦੇ ਰਾਹ ਚੱਲਦਿਆਂ ਹੋਇਆਂ ਲਓ। ਇੰਨਾ ਕੁ ਮਨੁੱਖ ਸਮਝ ਲੈ, ਜੰਜਾਲ ਨਾ ਬਣਨ ਦੇਵੇ ਤਾਂ ਗ੍ਰਸਤੀ ਜਿੰਨਾ ਸੰਸਾਰ ਦਾ ਸਵਾਰ ਸਕਦਾ ਹੈ, ਕੋਈ ਹਿਸਾਬ ਨਹੀਂ। ਆਉਣ ਵਾਲੀਆਂ ਪਨੀਰੀਆਂ ਲਈ ਵੀ ਸੰਸਾਰ ਨੂੰ ਸਵਾਰਨ ਵਿੱਚ ਬੜਾ ਯੋਗਦਾਨ ਪਾ ਸਕਦਾ ਹੈ। ਆਪ ਕਿਰਤ ਕਰਕੇ ਖਾਂਦਾ ਹੈ, ਕਿਸੇ ਤੇ ਬੋਝ ਨਹੀਂ। ਗਰੀਬਾਂ ਦੇ ਮੂੰਹ ਵੀ ਪਾਉਂਦਾ ਹੈ, ਭੁੱਖੇ ਨੂੰ ਪ੍ਰਸ਼ਾਦਾ ਛਕਾਉਂਦਾ ਹੈ, ਪਰਉਪਕਾਰੀ ਵੀ ਹੈ। ਸੋ ਭਗਤ ਕਬੀਰ ਜੀ ਨੇ ਸਪਸ਼ਟ ਫੈਸਲਾ ਦੇ ਦਿੱਤਾ ਹੈ, ਭੇਖ ਦੀ ਗੱਲ ਨਹੀਂ, ਬੈਰਾਗੀ ਬੰਧਨ ਕਰੇ ਤਾਕੋ ਵੱਡੋ ਅਭਾਗ। ਉਹ ਵੀ ਮੰਦ ਕਿਸਮਤ ਹੈ। ਵਾਹਿਗੁਰੂ ਜੀ ਦੀ ਰਹਿਮਤ ਹੋਵੇ ਸਾਡੇ ਸਭਨਾਂ ਦੇ ਉੱਪਰ। ਘਰ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਨੇਕ ਕਿਰਤ ਕਰਕੇ ਨੇਕੀ ਦੇ ਰਾਹ ਤੇ ਖਰਚ ਕਰਨ ਵਾਲੇ ਬਣ ਸਕੀਏ। ਇਸ ਸ਼ਲੋਕ ਦੇ ਨਾਲ ਹੀ ਸ਼ਲੋਕ ਭਗਤ ਕਬੀਰ ਜੀਓ ਕੇ ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕੀਤੇ ਨੇ, ਤਿੰਨਾਂ ਦੀ ਕਥਾ ਸੰਪੂਰਨ ਹੋ ਰਹੀ ਹੈ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।